ਗੁਰੂ ਸ਼ਬਦ ਵਿਚਾਰ। ਅੱਜ ਦਾ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਅੱਜ ਦੇ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਗੁਰੂ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਘਰ ਪਹਿਲਾ। ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਏ। ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਲੜੀਵਾਰ ਗੁਰੂ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਸ਼੍ਰੀ ਰਾਗ ਦੇ ਵਿੱਚ ਪਹਿਲੇ ਘਰ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਨ ਕੀਤਾ। ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਦੇ ਵਿੱਚ ਹੈ। ਰਹਾਉ ਵਾਲੀ ਪੰਕਤੀ ਨੂੰ ਆਪ ਜੀ ਨੇ ਸਰਵਨ ਕੀਤਾ ਹੈ, ਜਿਸ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ। ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਏ। ਹੇ ਮੇਰੇ RAM, RAM ਦਾ ਅਰਥ ਹੈ ਰਮਿਆ ਹੋਇਆ ਪਰਮੇਸ਼ਵਰ, ਜੋ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਹਰ ਬਿਨ ਅਵਰ ਨਾ ਕੋਏ। ਤੁਹਾਡੇ ਤੋਂ ਬਿਨਾਂ ਮੇਰੀ ਜ਼ਿੰਦਗੀ ਦਾ ਸਹਾਰਾ ਹੋਰ ਕੋਈ ਵੀ ਨਹੀਂ ਹੈ। ਮੇਰੇ ਜੀਵਨ ਦਾ ਆਸਰਾ ਹੋਰ ਕੋਈ ਵੀ ਨਹੀਂ ਹੈ। ਅਗਰ ਅਸੀਂ ਦੁਨੀਆ ਦੇ ਵਿੱਚ ਵੇਖਾਂਗੇ ਤੇ ਬੜੇ ਤਰ੍ਹਾਂ ਦੇ ਸਾਨੂੰ ਲੋਕ ਮਿਲ ਜਾਣਗੇ, ਤੇ ਜਦੋਂ ਉਹਨਾਂ ਦੇ ਜੀਵਨ ਵੱਲ ਵੇਖਾਂਗੇ ਤੇ ਕੋਈ ਕਿਸੇ ਦਾ ਆਸਰਾ ਲੈ ਕੇ ਬੈਠਾ ਹੈ, ਕੋਈ ਕਿਸੇ ਦੇ ਆਸਰੇ ਜੀ ਰਿਹਾ ਹੈ, ਕੋਈ ਕਿਸੇ ਤੇ ਭਰੋਸਾ ਰੱਖ ਕੇ ਬੈਠਾ ਹੈ। ਪਰ ਜਦੋਂ ਸਾਨੂੰ ਅਸਲ ਦੀ ਸਮਝ ਆ ਜਾਏਗੀ, ਜਦੋਂ ਸੰਸਾਰ ਤੇ ਨਿਰੰਕਾਰ ਦੀ ਸਮਝ ਆ ਜਾਏਗੀ, ਉਦੋਂ ਫਿਰ ਸਾਡੀ ਅਵਸਥਾ ਵੀ ਇਹੀ ਹੋਏਗੀ ਕਿ ਹਰ ਬਿਨ ਅਵਰ ਨਾ ਕੋਏ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਅਵਰ ਦਾ ਅਰਥ ਹੁੰਦਾ ਹੋਰ ਕੋਈ ਵੀ ਨਹੀਂ ਹੈ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਮੇਰੀ ਨਿਮਾਣੀ ਜਿੰਦ ਦਾ ਇੱਕ ਤੂੰ ਹੀ ਆਸਰਾ ਹੈ। ਕਿਸੇ ਦਾ ਕੋਈ ਹੋਏਗਾ, ਕਿਸੇ ਦਾ ਕੋਈ ਹੋਏਗਾ, ਭਾਵ ਜਿਹਨੂੰ ਜਿੰਨੀ ਸਮਝ ਆਈ ਉਹਨੇ ਉਹਦਾ ਆਸਰਾ ਲੈ ਲਿਆ। ਪਰ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਮਝ ਆਈ, ਉਹਨੇ ਫਿਰ ਕਹਿ ਦਿੱਤਾ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿਤ ਨਾ ਆਵਈ, ਕਿਉਂਕਿ ਮੇਰਾ ਆਸਰਾ ਹੀ ਤੂੰ ਹੈ। ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ।
ਜੋ ਸਤਿਗੁਰੂ ਸੱਚ ਸਰੂਪ ਹੈ, ਸ਼ਬਦ ਮਿਲਾਵਾ ਹੋਏ, ਸ਼ਬਦ ਦੇ ਵਿੱਚ, ਸ਼ਬਦ ਦੇ ਰਾਹੀਂ, ਸ਼ਬਦ ਦੇ ਦੁਆਰਾ ਪ੍ਰਭ ਨਿਰਮਲਾ, ਜਿਹਨੂੰ ਕਹਿੰਦੇ ਹਰ ਬਿਨ ਅਵਰ ਨਾ ਕੋਏ, ਉਹ ਕੌਣ ਹੈ? ਉਹ ਪ੍ਰਭੂ ਨਿਰਮਲਾ, ਪਵਿੱਤਰ ਹੈ, ਪਾਕ ਪਵਿੱਤਰ ਹੈ। ਅੱਲਾਹ ਪਾਕੰ, ਪਾਕ ਹੈ, ਉਹ ਪਾਕ ਪਵਿੱਤਰ ਹੈ। ਉਹਨੂੰ, ਉਹਦੇ ਨਾਮ ਔਰ ਉਹਦੇ ਉੱਤੇ ਕੋਈ ਦੋਸ਼ ਨਹੀਂ, ਕੋਈ ਦਾਗ ਨਹੀਂ। ਉਹ ਨਿਰਅੰਜਨ ਹੈ, ਅੰਜਨ ਤੋਂ ਰਹਿਤ ਹੈ। ਅਸੀਂ ਦਾਗੀ ਹਾਂ, ਅਸੀਂ ਦੋਸ਼ੀ ਹਾਂ, ਸਾਡੇ ਵਿੱਚ ਕਈ ਪ੍ਰਕਾਰ ਦੀਆਂ ਖਾਮੀਆਂ ਨੇ, ਅਸੀਂ ਅਵਗਣ ਨਾਲ, ਬੁਰਾਈਆਂ ਨਾਲ ਭਰੇ ਹੋਏ ਹਾਂ। ਤੇ ਜੇ ਕੋਈ ਨਿਰਲੇਪ ਹੈ ਤੇ ਉਹ ਇੱਕ ਅਕਾਲ ਪੁਰਖ ਪਰਮੇਸ਼ਵਰ ਹੈ। ਹੁਣ ਉਹ ਜੋ ਨਿਰਮਲਾ, ਜੋ ਪਾਕ ਪਵਿੱਤਰ ਪਰਮੇਸ਼ਵਰ ਹੈ, ਉਹਦਾ ਮਿਲਾਪ ਕਿਸ ਤਰ੍ਹਾਂ ਹੋਏਗਾ? ਸਤਿਗੁਰ ਸੱਚ, ਜੋ ਸਤਿਗੁਰੂ ਸੱਚ ਦੀ ਮੂਰਤ ਹੈ, ਔਰ ਸਤਿਗੁਰੂ ਜੋ ਸੱਚ ਦੀ ਮੂਰਤ ਹੈ, ਉਹਦੇ ਰਾਹੀਂ ਸ਼ਬਦ ਮਿਲਦਾ ਹੈ। ਉਹ ਸ਼ਬਦ ਦੇ ਰਾਹੀਂ ਹੀ ਮਿਲਾਵਾ ਹੋਏ। ਸਾਡਾ ਜਿਹੜਾ ਮਿਲਾਵਾ, ਭਾਵ ਮਿਲਾਪ ਪਰਮੇਸ਼ਵਰ ਨਾਲ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜਿਹੜਾ ਮਿਲਾਪ ਹੋਣਾ ਹੈ, ਉਹ ਸ਼ਬਦ ਦੇ ਰਾਹੀਂ ਹੀ ਹੋਣਾ ਹੈ। ਸਾਨੂੰ ਇਹ ਗੁਰਬਾਣੀ ਦੇ ਅੰਦਰ ਸ਼ਬਦ ਇਸੇ ਵਾਸਤੇ ਦਿੱਤਾ ਹੈ। ਅਸੀਂ ਪਹਿਲਾਂ ਸ਼ਬਦ ਨੂੰ ਸਮਝਣਾ, ਫਿਰ ਸ਼ਬਦ ਅੰਦਰ ਜਿਹੜੇ ਗੁਣ ਨੇ, ਉਹ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨਾ ਹੈ। ਇਸ ਵਾਸਤੇ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਸਤਿਗੁਰੂ ਸੱਚਾ, ਹੁਣ ਜੇ ਆਪਾਂ ਸ਼ਬਦ ਨਾਲ ਜੁੜੇ ਹਾਂ, ਸ਼ਬਦ ਗੁਰੂ ਨਾਲ ਜੁੜੇ ਹਾਂ, ਬਾਣੀ ਗੁਰੂ, ਸ਼ਬਦ ਗੁਰੂ ਨਾਲ ਜੁੜੇ ਹਾਂ, ਤੇ ਇਹ ਕਿਉਂ ਜੁੜੇ ਹਾਂ? ਕਿਉਂਕਿ ਸਤਿਗੁਰ ਨਾਨਕ ਪ੍ਰਗਟਿਆ। ਜਦੋਂ ਸੱਚ ਦੇ ਰੂਪ ਵਿੱਚ ਨਾਨਕ ਜੀ ਪ੍ਰਗਟ ਹੋਏ ਨੇ, ਤੇ ਉਹ ਸੱਚ ਦੇ ਰੂਪ ਵਿੱਚ ਪ੍ਰਗਟ ਹੋਣ ਤੋਂ ਬਾਅਦ ਅਸੀਂ ਅੱਜ ਸ਼ਬਦ ਗੁਰੂ ਦੇ ਨਾਲ ਜੁੜੇ ਹੋਏ ਹਾਂ। ਕਿਉਂਕਿ ਇਹ ਗੁਰੂ ਨਾਨਕ ਸਾਹਿਬ ਨੇ ਹੀ ਆਖਿਆ ਹੈ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੇ ਪ੍ਰਭੂ ਨਾਲ ਮਿਲਾਪ ਚਾਹੁੰਦੇ ਹੋ ਤਾਂ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨ ਦਾ ਯਤਨ ਕਰੋ। ਜਦੋਂ ਤੁਸੀਂ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੋਗੇ, ਫਿਰ ਤੁਹਾਨੂੰ ਪ੍ਰਭ ਨਿਰਮਲਾ, ਉਸ ਨਿਰਮਲ ਪਵਿੱਤਰ ਪ੍ਰਭੂ ਦੀ ਪ੍ਰਾਪਤੀ ਹੋਏਗੀ। ਫਿਰ ਤੁਹਾਡੇ ਜੀਵਨ ਦੇ ਵਿੱਚ ਉਹਦਾ ਆਸਰਾ ਬਣੇਗਾ ਤੇ ਤੁਸੀਂ ਕਹਿ ਸਕੋਗੇ ਕਿ ਹਰ ਬਿਨ ਅਵਰ ਨਾ ਕੋਏ, ਮੇਰੀ ਜ਼ਿੰਦਗੀ ਦਾ ਆਸਰਾ, ਸਹਾਰਾ ਇੱਕ ਮਾਲਕ ਤੋਂ ਬਿਨਾ ਹੋਰ ਦੂਜਾ ਕੋਈ ਵੀ ਨਹੀਂ ਹੈ। ਕਿਉਂਕਿ ਦੁਨੀਆ ਦੇ ਜਿਹੜੇ ਆਸ ਭਰੋਸੇ ਨੇ, ਇਹ ਤੇ ਸਮਾਂ ਪਾ ਕੇ ਟੁੱਟ ਜਾਣਗੇ, ਜਾਂ ਇਹਨਾਂ ਦਾ ਸੰਗ ਛੁੱਟ ਜਾਏਗਾ। ਸੰਗ ਸਖਾ ਸਭ ਤਜ ਗਏ, ਕੋਉ ਨ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ, ਰਘੁਨਾਥ ਤੂੰ ਇੱਕ ਦੀ ਟੇਕ ਲੈ, ਇੱਕ ਦਾ ਆਸਰਾ ਲੈ। ਤੇ ਫਿਰ ਸਤਿਗੁਰੂ ਦੇ ਰਾਹੀਂ ਸ਼ਬਦ ਦਾ ਆਸਰਾ ਲੈ ਕੇ ਤੇ ਉਸ ਪ੍ਰਭੂ ਪਰਮੇਸ਼ਵਰ ਦਾ ਮਿਲਾਪ ਹਾਸਲ ਕਰ ਸਕਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਮੈਂ ਆਪ ਸੱਚੇ ਗੁਰੂ ਦੇ ਲੜ ਲੱਗ ਕੇ, ਸਤਿਗੁਰੂ ਦੇ ਚਰਨੀ ਲੱਗ ਕੇ ਸ਼ਬਦ ਦਾ ਅਭਿਆਸ ਕੀਤਾ। ਘੜੀਐ ਸ਼ਬਦ ਸੱਚੀ ਟਕਸਾਲ। ਮੈਂ ਸ਼ਬਦ ਦੀ ਟਕਸਾਲ ਵਿੱਚ ਆ ਕੇ ਆਪਣੇ ਆਪ ਨੂੰ ਘੜਿਆ। ਪਰ ਘੜਿਆ ਕਿਵੇਂ? ਪਹਿਲਾਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਲਿਆ। ਜਦੋਂ ਦੂਸਰੇ ਪਾਤਸ਼ਾਹ ਦਾ ਆਸਰਾ ਲਿਆ, ਫਿਰ ਸ਼ਬਦ ਦੀ ਟਕਸਾਲ ਵਿੱਚ ਘੜਿਆ, ਤਾਂ ਜਾ ਕੇ ਪ੍ਰਭੂ ਦਾ ਮਿਲਾਪ ਹੋਇਆ। ਫਿਰ ਜਾ ਕੇ ਪਰਮੇਸ਼ਵਰ ਦਾ ਆਸਰਾ ਮੇਰੇ ਜੀਵਨ ਵਿੱਚ ਬਣਿਆ। ਆਪਣੀ ਗੱਲ ਕਰਦਿਆਂ ਹੋਇਆਂ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਉਣ ਦਾ ਯਤਨ ਗੁਰੂ ਅਮਰਦਾਸ ਮਹਾਰਾਜ ਜੀ ਕਰਦੇ ਹਨ। ਜਿਸ ਹੀ ਕੀ ਸਿਰਕਾਰ ਹੈ, ਤਿਸ ਹੀ ਕਾ ਸਭ ਕੋਏ।
ਗੁਰਮੁਖ ਕਾਰ ਕਮਾਵਣੀ, ਸੱਚ ਘਟ ਪ੍ਰਗਟ ਹੋਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ ਆ ਕਿ ਇਹ ਤੇ ਸੁਭਾਵਕ ਹੈ, ਹਰ ਇੱਕ ਨੂੰ ਪਤਾ ਹੈ ਕਿ ਜਿਹਦੀ ਸਰਕਾਰ ਹੈ, ਭਾਵ ਜਿਹੜਾ ਹੁਕਮਰਾਨ ਹੈ, ਉਹਦੇ ਹੀ ਸਭ ਹੁੰਦੇ ਨੇ। ਜਿਹਦੇ ਹੱਥ ਪਾਵਰ ਹੋਵੇ, ਜਿਹੜਾ ਹੁਕਮਰਾਨ ਹੋਵੇ, ਤੇ ਸਾਰਾ ਜਿਹੜਾ ਇਹ ਜਗਤ ਫਿਰ ਉਹਦੇ ਮਗਰ ਚੱਲਦਾ ਹੈ, ਕਿਉਂਕਿ ਪਤਾ ਹੈ ਵੀ ਇਹਦੇ ਹੱਥ ਪਾਵਰ ਹੈ, ਸਰਕਾਰ ਇਹਦੀ ਹੈ। ਤੇ ਜਿਹਦੀ ਸਰਕਾਰ ਹੋਏਗੀ ਗੱਲ ਵੀ ਉਹਦੀ ਹੋਈ ਮੰਨਣੀ ਪੈਂਦੀ ਹੈ। ਪਰ ਜਿਹੜੀ ਦੁਨਿਆਵੀ ਸਰਕਾਰਾਂ ਨੇ ਧਿਆਨ ਰੱਖਿਓ, ਇਹ ਅੱਜ ਹੈ ਕੱਲ ਨਹੀਂ, ਅੱਜ ਨਹੀਂ ਹੈ ਤੇ ਕੱਲ ਹੈ। ਇਹ ਤੇ ਬਦਲਾਵ ਆਉਂਦਾ ਹੀ ਰਹਿੰਦਾ ਨਾ। ਕਦੇ ਇਹ ਸਰਕਾਰ ਕਿਸੇ ਦੀ ਬਣ ਗਈ, ਕਦੇ ਕਿਸੇ ਦੀ ਬਣ ਗਈ। ਪਰ ਜਿਹੜਾ ਸਾਰੀ ਦੁਨੀਆ ਦਾ, ਸਰਕਾਰ ਦਾ ਅਰਥ ਸਰਦਾਰ ਵੀ ਕਹਿ ਸਕਦੇ ਹਾਂ, ਕਿ ਜਿਹੜਾ ਸਾਰੀ ਦੁਨੀਆ ਦਾ ਸਰਕਾਰ, ਜਿਹੜੀ ਸਾਰੀ ਦੁਨੀਆ ਨੂੰ ਚਲਾਉਣ ਵਾਲਾ, ਔਰ ਜਿੰਨੇ ਮੁਲਕ ਨੇ, ਹਰ ਇੱਕ ਮੁਲਕ ਦੀ ਆਪਣੀ ਆਪਣੀ ਸਰਕਾਰ ਹੈ। ਹਰ ਕੋਈ ਆਪਣੇ ਆਪਣੇ ਮੁਲਕ ਨੂੰ ਜਿਹੜਾ ਉਹ ਚਲਾ ਰਿਹਾ ਹੈ, ਆਪਣੇ ਤਰੀਕੇ ਨਾਲ ਚਲਾ ਰਿਹਾ ਹੈ। ਹੁਣ ਭਾਰਤ ਦੀ ਸਰਕਾਰ ਹੋਰ ਹੈ, ਅਮਰੀਕਾ ਦੀ ਹੋਰ ਹੈ, ਜਰਮਨ ਦੀ ਹੋਰ ਹੈ, ਕੈਨੇਡਾ ਦੀ ਹੋਰ ਹੈ, ਆਸਟ੍ਰੇਲੀਆ ਦੀ ਹੋਰ ਹੈ, ਪਾਕਿਸਤਾਨ ਦੀ ਹੋਰ ਹੈ। ਵੱਖਰੀਆਂ ਵੱਖਰੀਆਂ ਸਰਕਾਰਾਂ ਨੇ। ਜਿੱਥੇ ਜਿੱਥੇ ਤੱਕ ਉਹਦੀ ਹੱਦ ਹੈ, ਉਹ ਉੱਥੇ ਤੱਕ ਹੀ ਆਪਣਾ ਹੁਕਮ ਚਲਾ ਸਕਦੇ ਆ, ਉਹ ਆਪਣੀ ਹੱਦ ਤੋਂ ਬਾਹਰ ਨਹੀਂ। ਕਿਉਂਕਿ ਜਦੋਂ ਹੱਦ ਖਤਮ ਹੋ ਗਈ, ਉੱਥੇ ਦੂਜੇ ਦੀ ਸਰਕਾਰ ਦਾ ਹੁਕਮ ਚੱਲਣਾ ਹੈ। ਹਰ ਇੱਕ ਨੇ ਆਪਣੇ ਆਪਣੇ ਦਾਇਰੇ ਦੇ ਅੰਦਰ ਨਿਯਮ ਆਪਣਾ, ਰੂਲ ਆਪਣਾ ਬਣਾਇਆ ਹੋਇਆ ਹੈ, ਸਿਸਟਮ ਆਪਣਾ ਹੈ। ਹੁਣ ਅਮਰੀਕਾ ਦਾ ਸਿਸਟਮ ਆਪਣਾ ਹੈ, ਭਾਰਤ ਦਾ ਆਪਣਾ ਹੈ, ਕਿਉਂਕਿ ਵੱਖਰੀ ਵੱਖਰੀ ਸਰਕਾਰ ਹੈ। ਪਰ ਪੂਰੀ ਦੁਨੀਆ ਦਾ ਜਿਹੜਾ ਹੁਕਮਰਾਨ ਹੈ, ਉਹ ਇੱਕ ਹੈ, ਪਰਮੇਸ਼ਵਰ। ਮਨਮੁਖ ਨੂੰ ਬਸ ਇਹ ਸਮਝ ਆਏਗੀ ਕਿ ਆ ਇੱਥੇ ਦੀ ਸਰਕਾਰ ਹੈ, ਉਹ ਉੱਥੇ ਦੀ ਹੈ। ਪਰ ਜਿਹੜਾ ਗੁਰਮੁਖ ਹੈ, ਉਹਨੂੰ ਸਮਝ ਆਏਗੀ ਕਿ ਸਾਰੀ ਦੁਨੀਆ ਦਾ ਹੁਕਮਰਾਨ ਇੱਕੋ ਹੀ ਹੈ, ਪਰਮੇਸ਼ਵਰ। ਉਹਦੇ ਹੱਥ ਵਿੱਚ ਪਾਵਰ ਹੈ, ਅਸਲ ਤਾਕਤ ਤਾਂ ਉਹਦੇ ਹੱਥ ਵਿੱਚ ਹੈ। ਉਹ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ, ਸਾਰੀ ਦੁਨੀਆ ਨੂੰ ਬਣਾ ਰਿਹਾ ਹੈ, ਸਾਰੀ ਦੁਨੀਆ ਨੂੰ ਪਾਲ ਰਿਹਾ ਹੈ। ਜਿਹੜੀ ਦੁਨੀਆ ਦੀ ਸਿਕਦਾਰੀ ਹੈ, ਉਹ ਤੇ ਮਹਾਰਾਜ ਕਹਿੰਦੇ ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ। ਇਹ ਸਦਾ ਰਹਿਣ ਵਾਲੇ ਨਹੀਂ, ਇਹ ਸਦੀਵੀ ਨਹੀਂ ਹੈ। ਇੱਕ ਸਮਾਂ ਹੁੰਦਾ ਹੈ, ਇੱਕ ਲਿਮਟ ਹੁੰਦੀ ਹੈ। ਉਸ ਲਿਮਟ ਤੋਂ ਬਾਅਦ ਜਦੋਂ ਕੋਈ ਹੋਰ ਸਰਕਾਰ ਜਿਹੜੀ ਹੈ ਉਹ ਆ ਜਾਂਦੀ ਹੈ। ਇਸ ਲਈ ਇਹ ਕੋਏ ਨਾ ਰਹਿਸੀਓ। ਪਰ ਜਿਹੜਾ ਸਾਰੀ ਦੁਨੀਆ ਦਾ ਨੂੰ ਚਲਾਉਣ ਵਾਲੀ ਸਰਕਾਰ ਹੈ, ਉਹ ਇੱਕੋ ਹੀ ਹੈ, ਪਰਮੇਸ਼ਵਰ। ਸਭਨਾਂ ਦੀ ਡੋਰ ਉਸ ਮਾਲਕ ਦੇ ਹੱਥ ਵਿੱਚ ਹੈ। ਪ੍ਰਭ ਡੋਰੀ ਹਾਥ ਤੁਮਾਰੇ। ਤੇ ਕਹਿੰਦੇ ਜਿਹਦੇ ਹੱਥ ਸਾਰੇ ਦੁਨੀਆ ਦੀ, ਸਾਰੇ ਜੀਆਂ ਦੀ ਡੋਰ ਜਿਹਦੇ ਹੱਥ ਵਿੱਚ ਹੈ। ਇਹ ਸਾਰੇ ਦੇ ਸਾਰੇ ਜੀਵ ਹੀ ਉਹਦੇ ਨੇ ਤੇ ਉਹਦਾ ਹੁਕਮ ਹੀ ਸੰਸਾਰ ਵਿੱਚ ਚੱਲਦਾ ਹੈ। ਉਹ ਵੱਖਰੀ ਗੱਲ ਹੈ ਕਿ ਕੋਈ ਹੁਕਮਰਾਨ ਜਦੋਂ ਬਣ ਜਾਏ, ਉਹਨੂੰ ਭੁਲੇਖਾ ਪੈ ਜਾਂਦਾ ਹੈ ਵੀ ਮੇਰੇ ਤੋਂ ਵੱਡਾ ਕੋਈ ਵੀ ਨਹੀਂ, ਮੇਰੇ ਤੋਂ ਉੱਪਰ ਕੋਈ ਵੀ ਨਹੀਂ ਹੈ। ਪਰ ਸਾਨੂੰ ਤਾਂ ਗੁਰਬਾਣੀ ਰਾਹੀਂ ਗੁਰਮੁਖ ਬਣਾਉਂਦਿਆਂ ਸਮਝਾਇਆ ਸੀ, ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ। ਜਿਹਦੇ ਅੱਗੇ ਸਾਰੀ ਦੁਨੀਆ ਨਿਭਦੀ ਹੈ, ਉਹਦੇ ਵਿੱਚ ਬੜੇ ਬੜੇ ਬਾਦਸ਼ਾਹ ਵੀ ਆ ਜਾਂਦੇ ਆ। ਉਹਦੇ ਵਿੱਚ ਰਾਜੇ ਮਹਾਰਾਜੇ, ਬਹੁਤ ਤਾਕਤਵਰ ਸੂਰਮੇ ਵੀ ਆ ਜਾਂਦੇ ਆ। ਸਾਰੀ ਦੁਨੀਆ ਆ ਜਾਂਦੀ ਹੈ, ਜਿਸ ਅੱਗੇ ਸਭ ਨਿਵੰਨ। ਸਾਰੀ ਦੁਨੀਆ ਨਿਭਦੀ ਹੈ। ਕਹਿੰਦੇ ਤੂੰ ਉਸ ਸਰਕਾਰ ਦੇ ਨਾਲ ਜੁੜ, ਉਸ ਹੁਕਮਰਾਨ ਦੇ ਨਾਲ ਜੁੜ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਤੂੰ ਉਸ ਹੁਕਮਰਾਨ ਦੇ ਨਾਲ ਜੁੜ ਕੇ ਉਹਦੇ ਹੁਕਮ ਵਿੱਚ ਤੁਰੇਂਗਾ ਤਾਂ ਗੱਲ ਬਣਨੀ ਹੈ। ਸਤਿਗੁਰੂ ਸਾਨੂੰ ਗੁਰਮੁਖ ਦੀ ਅਵਸਥਾ ਦਿੰਦਿਆਂ ਇਹ ਗੱਲਾਂ ਸਮਝਾਉਂਦੇ ਆ ਕਿ ਤੂੰ ਜੇ ਝੁਕਣਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਝੁਕਣਾ ਹੈ।
ਉਹਦਾ ਹੁਕਮ ਆਪਣੇ ਸਿਰ ਮੱਥੇ ਤੇ ਪ੍ਰਵਾਨ ਕਰਨਾ ਹੈ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇੱਕ ਗੱਲ ਤਾਂ ਸਮਝ ਆ ਗਈ ਕਿ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਏ। ਦੁਨੀਆ ਦੇ ਵਿੱਚ ਜਿਹਦੇ ਹੱਥ ਪਾਵਰ ਆਵੇ ਉਹ ਆਪਣੀ ਪਾਵਰ ਦਾ ਇਸਤੇਮਾਲ ਕਰਦਾ ਹੈ, ਉਹ ਆਪਣੀ ਪਾਵਰ ਜਿਹੜੀ ਆ ਉਹ ਚਲਾਉਂਦਾ ਹੈ। ਤੇ ਅੱਜ ਸਮਾਜ ਵਿੱਚ ਆਪਾਂ ਵੇਖ ਹੀ ਰਹੇ ਹਾਂ ਕਿ ਇਨਸਾਨੀਅਤ ਨੂੰ ਪਿੱਛੇ ਛੱਡ ਕੇ ਜਿਹੜਾ ਉਹ ਹੁਕਮਰਾਨ ਆਪਣਾ ਹੁਕਮ ਹੀ ਜਿਹੜਾ ਉਹ ਸੰਸਾਰ ਵਿੱਚ ਚਲਾਉਂਦਿਆਂ ਹੋਇਆਂ ਬਸ ਇਹ ਪ੍ਰਗਟਾਵਾ ਕਰਨਾ ਚਾਹੁੰਦਾ ਹੈ ਕਿ ਮੈਂ ਹਾਂ, ਮੇਰੇ ਹੱਥ ਪਾਵਰ ਹੈ ਤੇ ਮੈਂ ਹਾਂ। ਉਹ ਤੇ ਆਮ ਇੱਕ ਆਪਾਂ ਬੋਲੀ ਵਿੱਚ ਸੁਣਦੇ ਹਾਂ ਕਿ ਜਿਸ ਕੀ ਲਾਠੀ ਉਸੇ ਕੀ ਭੈਂਸ, ਭਾਵ ਜਿਹਦੇ ਹੱਥ ਜ਼ੋਰ ਹੈ ਉਹ ਆਪਣੇ ਜ਼ੋਰ ਨਾਲ ਸਭ ਕੁਝ ਲੈ ਜਾਂਦਾ ਹੈ। ਪਰ ਅਸੀਂ ਠੀਕ ਹੈ, ਪਾਵਰ ਸਾਡੇ ਹੱਥ ਵਿੱਚ ਹੈ, ਪਰ ਇਹ ਮਤ ਭੁੱਲ ਜਾਈਏ ਕਿ ਪਾਵਰ ਦੇਣ ਵਾਲਾ ਵੀ ਉੱਤੇ ਬੈਠਾ ਹੈ। ਉਹ ਜਿਹੜਾ ਪਾਵਰ ਦੇਣ ਵਾਲਾ ਬੈਠਾ ਨਾ, ਉਹਨੇ ਪਲ ਵਿੱਚ ਹੀ ਤਖਤਾ ਪਲਟ ਦੇਣਾ ਹੈ, ਉਹਨੇ ਪਲ ਵਿੱਚ ਹੀ ਖੇਡ ਬਦਲ ਦੇਣੀ ਹੈ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਉਹਨੇ ਰਾਜ ਤੋਂ ਭਿਖਾਰੀ ਤੱਕ ਕਦੋਂ ਲਿਆਉਣਾ ਪਤਾ ਹੀ ਕੋਈ ਨਹੀਂ ਲੱਗਣਾ। ਉਹਨੇ ਭਿਖਾਰੀ ਤੋਂ ਰਾਜ ਤੱਕ ਕਦੋਂ ਲਿਆਉਣਾ ਪਤਾ ਹੀ ਕੋਈ ਨਹੀਂ ਲੱਗਣਾ। ਉਹਦੇ ਵਾਸਤੇ ਤਾਂ ਇੱਕ ਪਲ ਦੀ ਖੇਡ ਹੈ, ਇੱਕ ਪਲ ਵਿੱਚ ਹੀ ਪਾਸਾ ਪਲਟ ਜਾਂਦਾ ਹੈ। ਜੇ ਕੋਈ ਹੁਕਮਰਾਨ, ਜੇ ਕੋਈ ਆਖੇ ਵੀ ਮੇਰੀ ਸਰਕਾਰ ਹੈ ਤੇ ਮੈਂ ਹੁਕਮਰਾਨ ਹਾਂ ਤੇ ਮੇਰੇ ਤੋਂ ਵੱਧ ਕੋਈ ਨਹੀਂ, ਜੋ ਮੈਂ ਹੁਕਮ ਕਰ ਦਿੱਤਾ ਉਹੀ ਹੋਣਾ ਹੈ। ਪਰ ਧਿਆਨ ਰੱਖਿਓ, ਜੇ ਮੈਂ ਅੰਦਰ ਆ ਗਈ ਨਾ, ਮੈਂ, ਤੇ ਉਸ ਮੈਂ ਨੇ ਕੀ ਕਰਨਾ, ਨਦਰ ਉਪੱਠੀ ਜੇ ਕਰੈ, ਉਹਦੀ ਨਜ਼ਰ ਉਪੱਠੀ ਹੋ ਜਾਣੀ ਆ ਫਿਰ, ਕਿਉਂਕਿ ਉਹਦੀ ਰਹਿਮਤ ਤੇ ਨਜ਼ਰ ਤੇ ਉਹਦੇ ਤੇ ਹੁੰਦੀ ਹੈ। ਜਿਹੜਾ ਕਹਿੰਦਾ ਤੂੰ ਹੀ ਤੂੰ, ਤੂੰ ਹੀ ਤੂੰ, ਜਿਹੜਾ ਕਹਿੰਦਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਉਹਦੇ ਉੱਤੇ ਰਹਿਮਤ ਤੇ ਨਜ਼ਰ ਹੁੰਦੀ ਹੈ। ਉਹ ਫਿਰ ਕੱਖ ਤੋਂ ਵੀ ਲੱਖ ਤੇ ਪਹੁੰਚ ਜਾਂਦਾ ਹੈ। ਤੇ ਜੇ ਕੋਈ ਹੰਕਾਰ ਅੰਦਰ ਭਰ ਕੇ ਕਵੇ ਵੀ ਹੁਣ ਲਾਠੀ ਮੇਰੇ ਹੱਥ ਹੈ ਤੇ ਮੈਨੂੰ ਪਤਾ ਹੈ ਮੈਂ ਕਿਹਦੇ ਤੇ ਚਲਾਉਣੀ ਆ, ਫਿਰ ਉਹ ਲੱਖ ਤੋਂ ਕੱਖ ਤੇ ਲਿਆਉਂਦਿਆਂ ਟਾਈਮ ਨਹੀਂ ਲਾਉਂਦਾ, ਸਮਾਂ ਨਹੀਂ ਲਾਉਂਦਾ। ਉਹਦੇ ਭੈ ਵਿੱਚ ਸਾਨੂੰ ਚੱਲਣਾ ਚਾਹੀਦਾ ਹੈ। ਜੇ ਸਾਨੂੰ ਪਾਵਰ ਮਿਲਦੀ ਹੈ, ਤਾਕਤ ਮਿਲਦੀ ਹੈ, ਤਾਂ ਫਿਰ ਸਾਨੂੰ ਉਹਦਾ ਸ਼ੁਕਰਾਨਾ ਹਰ ਵੇਲੇ ਕਰਨਾ ਚਾਹੀਦਾ ਹੈ। ਨਹੀਂ ਤਾਂ ਫਿਰ ਕੀ ਹੋਏਗਾ, ਨਦਰ ਉਹ ਪੱਠੀ ਜੇ ਕਰੈ ਸੁਲਤਾਨਾ ਘਾਉ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਫਿਰ ਦਰ ਤੇ ਮੰਗਣ ਗਿਆ ਵੀ ਭਿੱਖ ਵੀ ਕੋਈ ਝੋਲੀ ਵਿੱਚ ਨਹੀਂ ਪਾਉਂਦਾ। ਇਹੋ ਜਿਹੇ ਹਾਲਾਤ ਬਣ ਜਾਂਦੇ ਆ। ਇਸ ਲਈ ਮਹਾਰਾਜ ਕਹਿੰਦੇ ਇਹ ਸਾਰੀ ਸਰਕਾਰ ਅਕਾਲ ਪੁਰਖ ਦੀ ਹੈ, ਕਿਉਂਕਿ ਸਾਰਾ ਸੰਸਾਰ ਉਹਦੇ ਹੁਕਮ ਵਿੱਚ ਹੈ। ਅਸੀਂ ਮੁਲਕ ਵੰਡ ਲਏ, ਪਰ ਜਦੋਂ ਇਹ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਸੀ ਤੇ ਉਹਨੇ ਮੁਲਕ ਵੰਡ ਕੇ ਥੋੜੀ ਦਿੱਤੇ ਸੀ। ਇਹ ਮੁਲਕਾਂ ਦੇ ਨਾਮ ਅਸੀਂ ਰੱਖੇ ਨੇ। ਜਦੋਂ ਧਰਤੀ ਸਾਜੀ ਸੀ ਤੇ ਉਹਨੇ ਮੁਲਕ ਦੇ ਨਾਮ ਨਹੀਂ ਸੀ ਰੱਖੇ। ਇਹ ਸਾਡੇ ਹੀ ਬਣਾਏ ਹੋਏ, ਸਾਡੇ ਹੀ ਰੱਖੇ ਹੋਏ ਵੱਖ-ਵੱਖ ਭਾਸ਼ਾਵਾਂ, ਵੱਖ-ਵੱਖ ਬੋਲੀਆਂ ਅਸੀਂ ਬੋਲਣੀਆਂ ਸਿੱਖ ਗਏ। ਹਰ ਮੁਲਕ ਦੀ ਆਪਣੀ ਆਪਣੀ ਇੱਕ ਬੋਲੀ, ਆਪਣੀ ਇੱਕ ਭਾਸ਼ਾ ਬਣ ਗਈ। ਅਸੀਂ ਆਪਣੇ ਆਪ ਨੂੰ ਹੀ ਧਰਤੀ ਤੇ ਆਪ ਹੀ ਵੰਡ ਲਿਆ, ਪਰ ਜਿਹਨੂੰ ਮਿਲਣਾ ਸੀ ਉਹ ਨਹੀਂ ਵੰਡਿਆ ਜਾ ਸਕਦਾ। ਉਹਦੀ ਭਾਸ਼ਾ ਪਹਿਲਾਂ ਵੀ ਇੱਕ ਸੀ, ਅੱਜ ਵੀ ਇੱਕ ਹੈ। ਉਹਦੀ ਬੋਲੀ ਪਹਿਲਾਂ ਵੀ ਇੱਕ ਸੀ, ਅੱਜ ਵੀ ਉਹਦੀ ਬੋਲੀ ਇੱਕੋ ਹੀ ਹੈ। ਭਾਖਿਆ ਭਾਓ ਅਪਾਰ, ਪ੍ਰੇਮ ਦੀ ਬੋਲੀ, ਪਿਆਰ ਦੀ ਬੋਲੀ। ਉਹ ਪਿਆਰ ਵਾਲੀ ਬੋਲੀ ਨੂੰ ਸਮਝਦਾ, ਹੰਕਾਰ ਦੀ ਬੋਲੀ ਨਹੀਂ ਸਮਝਦਾ। ਹਰ ਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ, ਉਹਨੂੰ ਹੰਕਾਰ ਦੀ ਬੋਲੀ ਸੁਣਦੀ ਹੋਈ ਨਹੀਂ, ਪਿਆਰ ਦੀ ਬੋਲੀ ਸੁਣਦੀ ਹੈ ਮੇਰੇ ਮਾਲਕ ਨੂੰ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਏ। ਇਹ ਸਾਰੇ ਦਾ ਸਾਰਾ ਜਿਹੜਾ ਹਕੂਮਤ ਹੈ, ਸਾਰਾ ਦਾ ਸਾਰਾ ਰਾਜ ਹੈ, ਇਹ ਇੱਕ ਅਕਾਲ ਪੁਰਖ ਪਰਮੇਸ਼ਵਰ ਦਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ। ਸਾਰੀ ਦੁਨੀਆ ਵਿੱਚ ਕਿੰਨੇ ਰਾਜੇ ਹੋਣਗੇ, ਕਿੰਨੇ ਮਹਾਰਾਜੇ ਹੋਣਗੇ, ਪਰ ਉਹ ਰਾਜਾਨ ਰਾਜ ਹੈ।
ਉਸ ਤੋਂ ਵੱਡਾ ਰਾਜਾ ਕੋਈ ਨਹੀਂ ਹੈ। ਰਾਜਾਨ ਰਾਜ ਜਾਪ ਸਾਹਿਬ ਦੀ ਬਾਣੀ ਰੋਜ਼ ਤੁਸੀਂ ਪਾਠ ਕਰਦੇ ਹੋ। ਉਹ ਰਾਜਿਆਂ ਦਾ ਵੀ ਉਹ ਇੰਨਾ ਵੱਡਾ ਰਾਜਾ ਹੈ ਕਿ ਉਹਦੇ ਉੱਪਰ ਕੋਈ ਰਾਜਾ ਨਹੀਂ। ਉਹ ਇੰਨਾ ਵੱਡਾ ਹੁਕਮਰਾਨ ਹੈ ਕਿ ਉਹਦੇ ਤੋਂ ਉੱਪਰ ਕੋਈ ਹੁਕਮਰਾਨ ਨਹੀਂ ਹੈ। ਇਸ ਲਈ ਸਾਰਾ ਹੁਕਮ ਉਹਦੇ ਰਾਹੀਂ ਹੀ ਹੁੰਦਾ ਹੈ। ਤਿਸ ਹੀ ਕਾ ਸਭ ਕੋਏ, ਇਹ ਸਭ ਕੁਝ ਉਹਦਾ ਹੀ ਹੈ। ਗੁਰਮੁਖ ਕਾਰ ਕਮਾਵਣੀ, ਸੱਚ ਘਟ ਪ੍ਰਗਟ ਹੋਏ। ਜਿਹੜੇ ਗੁਰੂ ਦੇ ਰਾਹੀਂ ਇਹ ਸੱਚ ਸਮਝ ਲੈਂਦੇ ਆ, ਫਿਰ ਉਹ ਉਹੋ ਜਿਹੀ ਹੀ ਕਰਨੀ ਕਰਕੇ ਆਪਣੀ ਕਮਾਈ ਕਰਦੇ ਨੇ, ਜਿਹਦੇ ਰਾਹੀਂ ਸੱਚ ਘਟ ਪ੍ਰਗਟ ਹੋਏ। ਘਟ ਵਿੱਚ, ਹਿਰਦੇ ਵਿੱਚ, ਫਿਰ ਉਹ ਸਦੀਵੀ ਸੱਚ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਹੁਕਮਰਾਨ ਹੈ ਉਹ ਪ੍ਰਗਟ ਹੋ ਜਾਂਦਾ ਹੈ। ਕਿਉਂਕਿ ਉਹ ਗਿਆ ਕਿਤੇ ਥੋੜ੍ਹੀ ਹੈ ਜਿਹੜਾ ਆਉਣਾ ਹੈ। ਉਹ ਕਿਤੇ ਦੂਰ ਗਿਆ ਹੋਵੇ ਤੇ ਫਿਰ ਅਸੀਂ ਕਹੀਏ ਵੀ ਘਰ ਅੰਦਰ ਆਇਆ ਹੈ। ਉਹ ਤੇ ਪ੍ਰਗਟ ਹੋਇਆ ਹੈ। ਤੇ ਪ੍ਰਗਟ ਕੌਣ ਹੋਇਆ? ਜੋ ਪਹਿਲਾਂ ਅੰਦਰ ਮੌਜੂਦ ਸੀ। ਅੰਦਰ ਪਰਮੇਸ਼ਵਰ ਮੌਜੂਦ ਹੈ, ਪਰ ਅਸੀਂ ਕੂੜ ਦੇ ਪਰਦੇ ਹੀ ਇੰਨੇ ਬਣਾ ਲਏ ਨੇ, ਉਹ ਸਾਨੂੰ ਦਿਖਾਈ ਕੋਈ ਨਹੀਂ ਦਿੰਦਾ। ਜਦੋਂ ਗੁਰੂ ਦੇ ਰਾਹੀਂ, ਗੁਰਮੁਖ ਦੇ ਖੱਖੇ ਨੂੰ ਸਿਹਾਰੀ ਗੁਰੂ ਦੁਆਰਾ, ਜਦੋਂ ਤੁਸੀਂ ਗੁਰੂ ਦੁਆਰਾ ਗੁਰੂ ਦੀ ਦੱਸੀ ਹੋਈ ਕਾਰ ਕਮਾਵਣੀ, ਉਸ ਕੰਮ ਨੂੰ ਕਮਾਓਗੇ ਤਾਂ ਸੱਚ ਘਟ ਪ੍ਰਗਟ ਹੋਏ। ਤੁਹਾਡੇ ਅੰਦਰ ਹੀ ਉਹ ਹੁਕਮਰਾਨ, ਉਹ ਰਾਜਾਨ ਰਾਜ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਪ੍ਰਗਟ ਹੋ ਜਾਂਦਾ ਹੈ। ਅੰਤਰ ਜਿਸ ਕੈ ਸੱਚ ਵਸੈ, ਸੱਚੇ ਸੱਚੀ ਸੋਏ। ਸੱਚ ਮਿਲੇ ਸੇ ਨਾ ਵਿਛੜੈ, ਤਿਨ ਨਿਜ ਘਰ ਵਾਸਾ ਹੋਏ। ਅੰਤਰ ਜਿਸ ਕੈ ਸੱਚ ਵਸੈ, ਜਿਹਦੇ ਅੰਦਰ ਸੱਚ ਵਸ ਜਾਏ। ਸੱਚੇ ਸੱਚੀ ਸੋਏ, ਉਹ ਸੱਚ ਦੀ ਮੂਰਤ, ਫਿਰ ਉਹਦੀ ਸ਼ੋਭਾ ਵੀ ਸੱਚੀ ਹੁੰਦੀ। ਝੂਠੇ ਦੀ ਸ਼ੋਭਾ ਵੀ ਝੂਠੀ ਹੋਣੀ ਹੈ। ਜਿਹੜਾ ਸੱਚਾ ਹੈ, ਸੱਚ ਦੀ ਮੂਰਤ ਬਣ ਗਿਆ, ਸੱਚ ਵਿੱਚ ਲੀਨ ਹੋ ਕੇ, ਉਹਦੀ ਸ਼ੋਭਾ ਵੀ ਸੱਚੀ ਹੁੰਦੀ ਹੈ। ਜਿੰਨੇ ਵੀ ਰੱਬ ਜੀ ਦੇ ਪਿਆਰੇ ਭਗਤ ਜਨ ਉਹਦੇ ਵਿੱਚ ਲੀਨ ਹੋ ਜਾਣ ਵਾਲੇ, ਉਹਨਾਂ ਦੀ ਸ਼ੋਭਾ ਸੱਚੀ। ਕਬੀਰ ਸਾਹਿਬ ਦੀ ਸ਼ੋਭਾ ਝੂਠੀ ਥੋੜ੍ਹੀ ਹੈ। ਬਾਬਾ ਰਵਿਦਾਸ ਜੀ ਦੀ ਸ਼ੋਭਾ ਆਪਾਂ ਕਰਦੇ ਹਾਂ, ਉਹ ਝੂਠੀ ਥੋੜ੍ਹੀ ਕਰਦੇ ਹਾਂ, ਉਹ ਸੱਚੀ ਸ਼ੋਭਾ ਹੈ। ਨਾਮਦੇਵ ਜੀ ਦੀ ਸ਼ੋਭਾ ਹੁੰਦੀ ਹੈ, ਧੰਨਾ ਜੀ ਦੀ ਹੁੰਦੀ ਹੈ, ਭਗਤ ਪੀਪਾ ਜੀ ਦੀ ਹੁੰਦੀ ਹੈ, ਭਗਤ ਸਦਨਾ ਜੀ ਦੀ ਹੁੰਦੀ ਹੈ, ਭਗਤ ਭੀਖਣ ਜੀ ਦੀ ਹੁੰਦੀ ਹੈ। ਇਹ ਜਿੰਨੇ ਵੀ ਨੇ ਸੱਚ ਦੀ ਮੂਰਤ ਬਣ ਗਏ, ਇਹਨਾਂ ਦੀ ਸ਼ੋਭਾ ਸੱਚੀ ਹੁੰਦੀ ਹੈ, ਝੂਠੀ ਨਹੀਂ ਹੁੰਦੀ। ਕਿਉਂਕਿ ਇਹਨਾਂ ਨੂੰ ਸਮਝ ਆ ਗਈ ਹੈ ਕਿ ਅਸਲ ਵਿੱਚ ਹੁਕਮਰਾਨ ਕੌਣ ਹੈ। ਸਾਰੀ ਦੁਨੀਆ ਦੀ, ਜਿਹੜਾ ਸਾਰੀ ਦੁਨੀਆ ਨੂੰ ਚਲਾਉਣ ਵਾਲਾ, ਜਿਹੜਾ ਮੁਲਕ ਨੂੰ ਚਲਾਉਂਦਾ, ਉਹਨੂੰ ਸਰਕਾਰ ਕਹਿੰਦੇ ਆ ਨਾ ਆਪਾਂ। ਤੇ ਸਾਰੀ ਦੁਨੀਆ ਨੂੰ ਜਿਹੜਾ ਚਲਾ ਰਿਹਾ ਅਸਲ ਸਰਕਾਰ ਤੇ ਉਹ ਹੈ। ਤੇ ਜਿਹੜੀ ਮੁਲਕ ਦੀ ਸਰਕਾਰ ਹੁੰਦੀ ਹੈ, ਉਹ ਆਪਾਂ ਵੇਖਿਆ ਹੀ ਹੈ ਕੀ ਹਾਲਾਤ ਬਣੇ ਹੋਏ ਨੇ, ਕੀ ਹਾਲਾਤ ਜਿਹੜੇ ਆ ਉਹ ਸਮਾਜ ਵਿੱਚ ਬਣੇ ਹੋਏ ਨੇ, ਕੀ ਕੁਝ ਵਾਪਰ ਰਿਹਾ, ਕੀ ਕੁਝ ਹੋ ਰਿਹਾ ਹੈ। ਆਪਣਾ ਹੀ ਹੱਕ ਤੁਸੀਂ ਮੰਗਣ ਲਈ ਸਰਕਾਰ ਦੇ ਅੱਗੇ ਖਲੋਵੋਗੇ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਜਿਸ ਮੁਲਕ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੀ ਲਾਠੀਆਂ ਪੈਂਦੀਆਂ ਹੋਣ, ਤੇ ਜਿਸ ਮੁਲਕ ਦੇ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਨੂੰ ਵੀ ਲਾਠੀਆਂ ਪੈਂਦੀਆਂ ਹੋਣ, ਤੇ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਓ ਉਸ ਮੁਲਕ ਦਾ ਆਉਣ ਵਾਲਾ ਭਵਿੱਖ ਕੀ ਹੋਏਗਾ। ਜਿਸ ਨੇ ਭਵਿੱਖ ਨੂੰ ਅੱਗੋਂ ਮੁਲਕ ਨੂੰ ਸਵਾਰਨਾ ਹੈ, ਦੋ ਹੀ ਨੇ, ਪੜ੍ਹਾਉਣ ਵਾਲਾ ਤੇ ਪੜ੍ਹਨ ਵਾਲਾ। ਜਿਹਨੇ ਪੜ੍ਹਾਉਣਾ ਹੈ ਤੇ ਜਿਹਨੇ ਪੜ੍ਹਨਾ ਹੈ। ਹੁਣ ਪੜ੍ਹਾਉਣ ਵਾਲੇ ਦੇ ਵੀ ਉੱਤੇ ਅਤਿਆਚਾਰ ਕੀਤਾ ਤੇ ਪੜ੍ਹਨ ਵਾਲਿਆਂ ਤੇ ਵੀ ਅਤਿਆਚਾਰ ਕੀਤਾ। ਉਹਨਾਂ ਨੂੰ ਸੜਕਾਂ ਤੇ ਅਸੀਂ ਰੋਲ ਕੇ ਰੱਖ ਦਿੱਤਾ। ਸੜਕਾਂ ਤੇ ਪੜ੍ਹਨ ਵਾਲਾ ਵੀ ਰੁਲ ਰਿਹਾ ਤੇ ਪੜ੍ਹਾਉਣ ਵਾਲਾ ਵੀ ਰੁਲ ਰਿਹਾ, ਤੇ ਜਿਹੜਾ ਦੁਨੀਆ ਦੇ ਵਿੱਚ ਪੇਟ ਹਰ ਇੱਕ ਦਾ ਭਰਦਾ ਉਹ ਵੀ ਰੁਲ ਰਿਹਾ, ਤੇ ਫਿਰ ਉਹਦਾ ਭਵਿੱਖ ਕੈਸਾ ਹੋਏਗਾ। ਅਸੀਂ ਉਸ ਨਾਲ ਜੁੜਨਾ ਹੈ ਜਿਹੜਾ ਸਾਰਿਆਂ ਨੂੰ ਪਾਲ ਵੀ ਰਿਹਾ ਹੈ, ਸਾਰਿਆਂ ਨੂੰ ਸੰਭਾਲ ਵੀ ਰਿਹਾ ਹੈ। ਅਸਲ ਉਹਦੇ ਨਾਲ ਜੁੜ ਜਾਓਗੇ ਤੇ ਫਿਰ ਡੋਲਣ ਦੀ ਲੋੜ ਨਹੀਂ ਪਏਗੀ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਜੁੜ ਕੇ ਗੁਰੂ ਰਾਹੀਂ
ਅੰਤਰ ਜਿਸ ਕੈ ਸੱਚ ਵਸੈ। ਅੰਦਰ ਸੱਚ ਵਸਾਉਣਾ ਪੈਣਾ। ਜੇ ਸੱਚ ਨੂੰ ਮਿਲਣਾ ਤੇ ਸੱਚ ਵਸਾਉਣਾ ਪੈਣਾ। ਜੇ ਕਿਸੇ ਝੂਠੇ ਨੂੰ ਮਿਲਣਾ ਤੇ ਝੂਠ ਵਸਾਉਣਾ ਪੈਣਾ। ਕੋਈ ਇਹ ਤੇ ਆਪਾਂ ਸਮਾਜ ਵਿੱਚ ਰਹਿੰਦੇ ਹਾਂ, ਕਿਸੇ ਝੂਠੇ ਬੰਦੇ ਕੋਲ ਜਾਣਾ ਹੋਵੇ ਤੇ ਸੱਚ ਲੈ ਕੇ ਨਹੀਂ ਜਾ ਸਕਦੇ ਤੁਸੀਂ। ਝੂਠੇ ਬੰਦੇ ਨੂੰ ਮਿਲਣ ਵਾਸਤੇ ਝੂਠ ਹੀ ਕੰਮ ਆਏਗਾ। ਸੱਚੇ ਬੰਦੇ ਨੂੰ ਮਿਲਣਾ ਹੋਵੇ, ਸੱਚੇ ਇਨਸਾਨ ਨੂੰ ਮਿਲਣਾ ਹੋਵੇ ਤਾਂ ਸੱਚ ਲੈ ਕੇ ਹੀ ਜਾਣਾ ਪਏਗਾ। ਹੁਣ ਪਰਮੇਸ਼ਵਰ ਕੀ ਹੈ? ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸਦੀਵੀ ਸੱਚ ਦਾ ਰੂਪ ਹੈ ਤੇ ਉਹਦੇ ਬੋਲ ਵੀ ਸੱਚੇ ਨੇ, ਗੁਰਬਾਣੀ ਵੀ ਸੱਚੀ ਹੈ। ਇਸ ਲਈ ਕਿ ਜਿਹਦੇ ਅੰਦਰ ਸੱਚ ਵਸ ਗਿਆ, ਸੱਚੇ, ਉਹ ਸੱਚੇ ਹੋ ਗਏ। ਸੱਚੀ ਸੋਏ, ਸੋਏ ਦਾ ਅਰਥ ਸ਼ੋਭਾ, ਉਹਨਾਂ ਦੀ ਵਡਿਆਈ ਵੀ ਸੱਚੀ ਹੁੰਦੀ ਹੈ। ਸੱਚ ਮਿਲੇ ਸੇ ਨਾ ਵਿਛੜੈ। ਜਿਹੜੇ ਸੱਚ ਨੂੰ ਸਮਾ ਕੇ ਅੰਦਰ, ਸੱਚ ਸ਼ਬਦ ਨਾਲ ਜੁੜ ਕੇ, ਸੱਚੀ ਬਾਣੀ ਨਾਲ ਜੁੜ ਕੇ ਅੰਦਰ ਜਿਨ੍ਹਾਂ ਨੇ ਸੱਚ ਵਸਾ ਕੇ ਸੱਚ ਦਾ ਰੂਪ ਬਣਨਾ ਕੀਤਾ, ਕਹਿੰਦੇ ਉਹ ਸੱਚ ਮਿਲੇ, ਸੱਚ ਵਿੱਚ ਮਿਲ ਗਏ, ਪਰਮੇਸ਼ਵਰ ਵਿੱਚ ਲੀਨ ਹੋ ਗਏ, ਇੱਕਮਿਕ ਹੋ ਗਏ। ਤੇ ਜਿਹੜੇ ਇੱਕਮਿਕ ਹੋ ਗਏ, ਸੇ ਦਾ ਅਰਥ ਹੈ ਉਹ ਨਾ ਵਿਛੜੈ। ਉਹ ਫਿਰ ਦੁਬਾਰਾ ਕਦੇ ਨਹੀਂ ਵਿਛੜ ਸਕਦੇ। ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ। ਜਿਨ੍ਹਾਂ ਨੂੰ ਕੰਤ ਨੇ, ਹੁਣ ਮਿਲਣਾ ਕਿਨੇ ਹੈ? ਸਰੀਰ ਨੇ ਨਹੀਂ ਮਿਲਣਾ। ਸਰੀਰ ਤਾਂ ਮਿੱਟੀ ਹੈ, ਮਿੱਟੀ ਵਿੱਚ ਮਿਲ ਜਾਣਾ। ਇਹ ਪੰਜ ਤੱਤ, ਪੰਜ ਤੱਤਾਂ ਵਿੱਚ ਵਿਲੀਨ ਹੋ ਜਾਣੇ ਆ। ਆ ਜਿਹੜੀ ਅੰਦਰ ਦੀ ਰੱਬੀ ਜੋਤ ਹੈ ਨਾ, ਇਸ ਰੱਬੀ ਜੋਤ ਨੇ ਰੱਬੀ ਜੋਤ ਵਿੱਚ ਜਾ ਕੇ ਲੀਨ ਹੋਣਾ ਹੈ। ਤੇ ਉਹ ਰੱਬੀ ਜੋਤ ਕੌਣ ਹੈ? ਕੰਤ। ਅਸੀਂ, ਸਾਡੀ ਜਿਹੜੀ ਰੱਬੀ ਜੋਤ ਹੈ ਉਹ ਕੀ ਹੈ? ਉਸ ਕੰਤ ਦੀ ਅੰਦਰ ਕਹਿ ਲਓ ਕਿ ਉਹ ਪਤੀ ਹੈ ਤੇ ਸਾਡੀ ਜੀਵ ਆਤਮਾ ਇਸਤਰੀ ਪਤਨੀ ਦੇ ਰੂਪ ਵਿੱਚ ਹੈ। ਹੁਣ ਜਦੋਂ ਉਸ ਕੰਤ ਨੇ ਸਾਡੀ ਜੀਵ ਇਸਤਰੀ ਰੂਪੀ ਆਤਮਾ ਨੂੰ ਆਪਣੇ ਵਿੱਚ ਲੀਨ ਕਰ ਲਿਆ, ਫਿਰ ਕੋਈ ਦੁਨੀਆ ਦੀ ਤਾਕਤ ਉਹਨੂੰ ਵਿਛੋੜ ਨਹੀਂ ਸਕਦੀ। ਕੋਈ ਮੋਹ ਮਾਇਆ ਦਾ ਜਾਲ ਵਿਛੋੜਾ ਨਹੀਂ ਪਾ ਸਕਦਾ। ਔਰ ਇਹ ਮਰਨ ਤੋਂ ਬਾਅਦ ਦੀ ਕਹਾਣੀ ਨਹੀਂ, ਇਹ ਜੀਵਨ ਮੁਕਤ ਦੀ ਕਹਾਣੀ ਹੈ। ਅਸੀਂ ਜੀਵਦਿਆਂ ਉਹਦੇ ਵਿੱਚ ਲੀਨ ਹੋਣਾ, ਮਰਨ ਤੋਂ ਬਾਅਦ ਨਹੀਂ। ਇਸ ਲਈ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਸੱਚ ਨੂੰ ਮਿਲਣਾ ਕੀਤਾ, ਭਾਵ ਮਿਲ ਗਏ, ਲੀਨ ਹੋ ਗਏ, ਇੱਕਮਿਕ ਹੋ ਗਏ, ਉਹ ਕਦੇ ਨਹੀਂ ਵਿਛੜਦੇ। ਤਿੰਨ ਨਿਜ ਘਰ ਵਾਸਾ ਹੋਏ। ਕਿਉਂਕਿ ਉਹਨਾਂ ਦਾ ਆਪਣੇ ਨਿਜ ਘਰ ਕਿਹੜਾ ਹੈ? ਸਾਡਾ ਹਿਰਦਾ। ਹਿਰਦੇ ਵਿੱਚ ਜਿੱਥੇ ਪਰਮੇਸ਼ਵਰ ਦਾ ਵਾਸਾ ਹੈ, ਉਹ ਫਿਰ ਆਪਣੇ ਨਿਜ ਘਰ ਵਿੱਚ ਜਾ ਕੇ ਸਮਾ ਜਾਂਦੇ ਨੇ। ਇੱਕ ਘਰ ਜਿਹੜਾ ਅਸੀਂ ਬਣਾਇਆ, ਉੱਥੇ ਵੀ ਸਦਾ ਨਹੀਂ ਸਾਡਾ ਰਹਿਣਾ ਮਿਲਦਾ। ਇੱਕ ਸਰੀਰ ਦਾ ਘਰ ਹੈ ਜਿਹਨੂੰ ਆਪਾਂ ਵੱਖਰੀ ਥਾਂ ਆਪਣੇ ਮਹੱਲੇ ਤੋਂ ਬਾਹਰ ਕਰਕੇ ਇੱਕ ਵੱਖਰੀ ਥਾਂ ਬਣਾ ਦਿੱਤੀ, ਸ਼ਮਸ਼ਾਨ ਭੂਮੀ। ਉੱਥੇ ਸਰੀਰ ਨੇ ਸਦਾ ਜਾ ਕੇ ਖਾਕ ਹੋ ਜਾਣਾ। ਪਰ ਇਹਦੇ ਅੰਦਰ ਜੋ ਜੀਵ ਬੈਠਾ ਹੋਇਆ ਹੈ, ਉਹਦਾ ਨਿਜ ਘਰ ਹੈ ਪਰਮੇਸ਼ਵਰ। ਇਸ ਜੀਵ ਨੇ ਨਿਜ ਘਰ, ਆਪਣੇ ਘਰ ਪਰਮੇਸ਼ਵਰ ਦੇ ਘਰ ਵਿੱਚ ਜਾ ਕੇ ਲੀਨ ਹੋ ਜਾਣਾ। ਉਹਦਾ ਵਾਸਾ ਉੱਥੇ ਹੋ ਜਾਂਦਾ ਹੈ। ਤੇ ਜਿਹਦਾ ਘਰ ਨਿਜ ਘਰ ਵਿੱਚ ਵਾਸਾ ਹੋਵੇ, ਕਹਿੰਦੇ ਸੇ ਨਾ ਵਿਛੜੈ। ਉਹ ਕਦੇ ਵੀ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਉਹ ਜੀਵ ਇਸਤਰੀਆਂ ਵਿਛੜਦੀਆਂ ਨਹੀਂ ਹਨ। ਸ਼ਬਦ ਮਿਲੈ ਸੋ ਮਿਲ ਰਹਿ, ਜਿਸਨੋ ਆਪੇ ਲਏ ਮਿਲਾਏ। ਦੂਜੈ ਪਾਏ ਕੋ ਨਾ ਮਿਲੈ, ਫਿਰ ਫਿਰ ਆਵੇ ਜਾਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ। ਸ਼ਬਦ ਮਿਲੈ, ਸ਼ਬਦ ਵਿੱਚੋਂ ਮਿਲਣਾ ਹੈ। ਸੋ ਮਿਲ ਰਹੇ, ਜਿਨ੍ਹਾਂ ਨੂੰ ਸਮਝ ਆ ਗਈ, ਕਿਉਂਕਿ ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ। ਸ਼ਬਦ ਦੁਆਰਾ ਜਾਂ ਸ਼ਬਦ ਵਿੱਚ ਲੀਨ ਹੋ ਕੇ ਉਹ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਹੈ। ਤੇ ਉਹ ਮਿਲਦੇ ਵੀ ਨੇ। ਤੇ ਜਦੋਂ ਅਸੀਂ ਸ਼ਬਦ ਨਾਲ ਜੁੜਾਂਗੇ ਨਾ, ਤਾਂ ਸਾਹਿਬ ਕਹਿੰਦੇ ਜਿਸ ਨੂੰ ਆਪੇ ਲਏ ਮਿਲਾਏ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਸਾਰੀ ਦੁਨੀਆ ਪਰਮੇਸ਼ਵਰ ਨੂੰ ਮਿਲਣ ਤੇ ਲੱਗੀ ਹੋਈ ਹੈ, ਵੀ ਉਹਨੂੰ ਮਿਲਣਾ ਹੈ। ਕੋਈ ਕਿਸੇ ਤੁਰਿਆ ਹੋਇਆ, ਕੋਈ ਕਿਤੇ ਤੁਰਿਆ, ਕੋਈ ਕਿਸੇ ਤਰ੍ਹਾਂ ਦਾ ਰੂਪ ਰੰਗ ਢੰਗ ਬਣਾ ਕੇ ਬੈਠਾ ਹੋਇਆ ਹੈ। ਹਰ ਕੋਈ ਕਹਿੰਦਾ ਜੀ ਮੈਂ ਰੱਬ ਜੀ ਨੂੰ ਮਿਲਣਾ ਹੈ। ਤੇ ਜਿਹਨੂੰ ਮਿਲਣਾ ਉਹਨੂੰ ਵੀ ਤਾਂ ਪੁੱਛੋ ਵੀ ਤੁਸੀਂ ਕਿੱਦਾਂ ਮਿਲੋਗੇ।
ਤੇ ਰੱਬ ਜੀ ਕਹਿੰਦੇ ਆ ਵੀ ਸਾਰੀ ਦੁਨੀਆ ਬਾਹਰੋਂ ਹੀ ਅਡੰਬਰ ਸਰੀਰ ਦਾ ਰਚ ਕੇ ਬੈਠੀ ਹੈ ਮੈਨੂੰ ਮਿਲਣ ਵਾਸਤੇ, ਪਰ ਮੈਂ ਬਾਹਰੋਂ ਤਾਂ ਮਿਲਣਾ ਹੀ ਨਹੀਂ ਕਿਸੇ ਨੂੰ। ਮੈਂ ਤਾਂ ਜਿਹਨੂੰ ਵੀ ਮਿਲਣਾ ਉਹਦੇ ਅੰਦਰੋਂ ਹੀ ਮਿਲਾਪ ਹੋਣਾ, ਬਾਹਰੋਂ ਤੇ ਹੋਣਾ ਹੀ ਕੋਈ ਨਹੀਂ। ਤੇ ਜੇ ਅੰਦਰੋਂ ਮਿਲਾਪ ਹੋਣਾ ਤੇ ਕਹਿੰਦੇ ਅੰਦਰ ਨੂੰ ਸਵਾਰ, ਤੂੰ ਬਾਹਰੋਂ ਸਵਾਰ ਕੇ ਮਿਲਣਾ ਚਾਹੁੰਦਾ, ਅੰਦਰੋਂ ਤੂੰ ਮੈਲੇ ਦਾ ਮੈਲਾ ਹੈ, ਫਿਰ ਗੱਲ ਕਿਵੇਂ ਬਣੇਗੀ? ਤੈਨੂੰ ਆਪਣਾ ਅੰਦਰ ਆਪਾ ਸਵਾਰਨਾ ਪੈਣਾ। ਜਿਸ ਦਿਨ ਤੂੰ ਆਪਾ ਸਵਾਰ ਲੇਗਾ, ਕਹਿੰਦੇ ਰੱਬ ਜੀ ਕਹਿੰਦੇ ਨੇ ਮੇਰੀ ਮਿਹਰ ਤੇਰੇ ਤੇ ਹੋਏਗੀ ਤੇ ਉਸ ਮਿਹਰ ਦੇ ਸਦਕਾ ਤੇਰਾ ਤੇ ਮੇਰਾ ਮਿਲਾਪ ਹੋ ਜਾਏਗਾ, ਤੇਰਾ ਤੇ ਮੇਰਾ ਮਿਲਣ ਹੋ ਜਾਏਗਾ। ਹੁਣ ਅਸੀਂ ਆਪਣਾ ਬਾਹਰੋਂ ਸਵਾਰ ਲਿਆ, ਚੌਂਕਾ ਵੀ ਸਵਾਰ ਲਿਆ, ਵਿਹੜਾ ਵੀ ਸਵਾਰ ਲਿਆ, ਸਰੀਰ ਵੀ ਆਪਣਾ ਬਾਹਰੋਂ ਸਵਾਰ ਲਿਆ, ਪਰ ਅੰਦਰ ਜਿਹੜੀ ਗੰਦਗੀ ਇਕੱਠੀ ਹੋਈ ਸੀ ਉਹ ਤਾਂ ਕੱਢੀ ਕੋਈ ਨਾ। ਫਿਰ ਸਾਨੂੰ ਬਾਣੀ ਵਿੱਚ ਸਮਝਾਇਆ, ਕਹਿਣ ਲੱਗੇ ਆਪ ਸਵਾਰੈ ਮੈਂ ਮਿਲੈ। ਤੂੰ ਆਪਣਾ ਆਪਾ ਤੇ ਸਵਾਰ। ਤਨ ਧੋਤੈ ਮਨ ਹੱਛਾ ਨਾ ਹੋਏ, ਤੇਰਾ ਤਨ ਧੋਣ ਨਾਲ ਮਨ ਹੱਛਾ ਨਹੀਂ ਹੋਇਆ। ਫਿਰ ਪੁੱਛਿਆ ਜੀ ਕਿਵੇਂ ਹੋਏਗਾ, ਆਪਾ ਕਿਵੇਂ ਸਵਾਰੀਏ? ਆ ਸ਼ਬਦ ਨਾਲ ਜੁੜ ਕੇ। ਸ਼ਬਦ ਨਾਲ ਇਸ ਲਈ ਜੁੜਨਾ ਸੀ ਕਿ ਦਿਮਾਗ ਦੀ ਗੰਦਗੀ ਨਿਕਲ ਜਾਂਦੀ। ਸ਼ਬਦ ਨਾਲ ਇਸ ਲਈ ਜੁੜਨਾ ਸੀ ਆਪਾਂ ਕਿ ਮਤ ਵਾਸ਼ ਹੋ ਜਾਂਦੀ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਜਿਹੜੀ ਪਾਪ ਦੀ ਮੈਲ ਅੰਦਰ ਭਰੀ ਪਈ ਹੈ, ਇੱਕ ਮਤ ਹੋ ਗਈ ਸਾਡੀ ਅੰਦਰ ਦੀ ਮਤ, ਬੁੱਧੀ ਭ੍ਰਿਸ਼ਟ ਹੋ ਗਈ ਹੈ, ਮਨ ਮਲੀਨ ਹੋਇਆ ਪਿਆ। ਮਿਲਣਾ ਰੱਬ ਨੂੰ ਚਾਹੁੰਦੇ ਆ, ਮਨ ਮਲੀਨ ਹੋਇਆ ਪਿਆ, ਬੁੱਧੀ ਭ੍ਰਿਸ਼ਟ ਹੋਈ ਪਈ ਹੈ, ਮਤ ਕੁਮਤ ਬਣੀ ਪਈ ਹੈ, ਤੇ ਫਿਰ ਰੱਬ ਜੀ ਕਿਵੇਂ ਮਿਲ ਜਾਣਗੇ? ਨਹੀਂ ਮਿਲਾਪ ਹੋਏਗਾ। ਪਹਿਲਾਂ ਆਪਾਂ ਆਪਣਾ ਸਵਾਰੀਏ, ਆਪਣੀ ਬੁੱਧੀ ਜਿਹੜੀ ਭ੍ਰਿਸ਼ਟ ਹੋਈ ਹੈ ਉਹਨੂੰ ਟਿਕਾਣੇ ਤੇ ਲਿਆਈਏ। ਸਾਡਾ ਮਨ ਮਲੀਨ ਹੋਇਆ ਪਿਆ, ਉਸ ਮਨ ਦੀ ਮਲੀਨਤਾ ਨੂੰ ਅੰਦਰੋਂ ਧੋ ਦਈਏ। ਪਹਿਲਾਂ ਕੁਮਤ ਨੂੰ ਸਮਤ ਵਾਲੇ ਪਾਸੇ ਲਿਆਈਏ, ਫਿਰ ਮਿਲਾਪ ਹੋਣਾ। ਉਹ ਕਿਵੇਂ ਹੋਏਗਾ? ਆ ਸ਼ਬਦ ਦੇ ਰਾਹੀਂ, ਸ਼ਬਦ ਨਾਲ ਜੁੜ ਕੇ। ਤੇ ਜੇ ਆਪਾਂ ਇਹਦੇ ਅਰਥ ਕਰੀਏ ਵੀ ਪਰਮੇਸ਼ਵਰ ਜਿਨ੍ਹਾਂ ਉੱਤੇ ਕਿਰਪਾ ਕਰਦਾ ਹੈ ਉਹ ਸ਼ਬਦ ਨਾਲ ਮਿਲਦੇ ਨੇ, ਤੇ ਉਹ ਸ਼ਬਦ ਨਾਲ ਮਿਲ ਕੇ ਫਿਰ ਮਿਲਾਪ ਪਰਮਾਤਮਾ ਦਾ ਹੁੰਦਾ ਹੈ। ਫਿਰ ਤਾਂ ਲੋਕ ਕਹਿਣਗੇ ਵੀ ਸਾਨੂੰ ਕਿਉਂ ਕਹਿੰਦੇ ਹੋ ਤੁਸੀਂ ਬਾਣੀ ਪੜ੍ਹਨ ਨੂੰ? ਫਿਰ ਕਿਉਂ ਕਹਿੰਦੇ ਹੋ ਗੁਰੂ ਦੁਆਰੇ ਆਉਣ ਵਾਸਤੇ? ਜਦੋਂ ਉਹਦੀ ਮਿਹਰ ਹੋਏਗੀ ਆਪੇ ਆ ਜਾਾਂਗੇ, ਆਪੇ ਜੁੜ ਜਾਾਂਗੇ, ਫਿਰ ਤੇ ਜ਼ਿੰਦਗੀ ਲੰਘ ਜਾਣੀ ਹੈ ਇਸੇ ਤਰ੍ਹਾਂ। ਫਿਰ ਸਾਨੂੰ ਅਰਦਾਸ ਵਿੱਚ ਨਾਮ ਦੀ ਦਾਤ ਮੰਗਣ ਲਈ ਕਿਉਂ ਬਾਰ-ਬਾਰ ਕਿਹਾ ਗਿਆ? ਇਸ ਲਈ ਸਤਿਗੁਰੂ ਪਾਤਸ਼ਾਹ ਜੀ ਜਿਹੜੀ ਗੱਲ ਸਮਝਾਉਣਾ ਚਾਹੁੰਦੇ, ਜਾਂ ਜਿੰਨੀ ਕੁ ਮਤ ਗੁਰੂ ਸਾਹਿਬ ਨੇ ਦਿੱਤੀ ਹੈ, ਉਹਦਾ ਮਤਲਬ ਇਹ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ। ਸਾਹਿਬ ਜੀ ਕਹਿੰਦੇ ਸ਼ਬਦ ਮਿਲੈ ਸੋ ਮਿਲ ਰਹੇ। ਜਿਹੜੇ ਸ਼ਬਦ ਵਿੱਚ ਇੱਕਮਿਕ ਹੋ ਗਏ ਨੇ, ਕੌਣ ਹੋਏਗਾ? ਜਿਹਨੇ ਆਪਣੀ ਮਤ ਵਿੱਚੋਂ ਦੀ ਭੈੜੀ ਮਤ ਖਤਮ ਕਰਤੀ, ਜਿਹਨੇ ਆਪਣੇ ਮਨ ਦੀ ਮੈਲ ਨੂੰ ਸ਼ਬਦ ਨਾਲ ਧੋ ਲਿਆ, ਜਿਹਨੇ ਆਪਣੀ ਬੁੱਧੀ ਜਿਹੜੀ ਭ੍ਰਿਸ਼ਟ ਹੋਈ ਸੀ ਉਹ ਆਪਣੇ ਅੰਦਰੋਂ ਉਸ ਭ੍ਰਿਸ਼ਟ ਨੂੰ ਕੱਢ ਦਿੱਤਾ। ਸ਼ਬਦ ਵਿੱਚ ਜਿਹੜਾ ਲੀਨ ਹੋ ਗਿਆ, ਸੋ ਮਿਲ ਰਹੇ, ਉਹ ਉਸ ਪਰਮੇਸ਼ਵਰ ਨੂੰ ਮਿਲਦਾ ਹੈ ਜਿਸ ਨੂੰ ਆਪੇ ਲਏ ਮਿਲਾਏ। ਕਹਿੰਦੇ ਜਿਹਨੂੰ ਉਹ ਆਪ ਕਿਰਪਾ ਕਰਕੇ ਮਿਲਾ ਲੈਂਦਾ। ਕਿਹਨੂੰ ਮਿਲਾਉਂਦਾ? ਹੁਣ ਗੱਲ ਫਿਰ ਉੱਥੇ ਹੀ ਆ ਜਾਣੀ ਹੈ ਕਿ ਉਹ ਆਪ ਕਿਰਪਾ ਕਰਕੇ ਕਿਹਨੂੰ ਮਿਲਾਉਂਦਾ? ਕਹਿੰਦੇ ਸ਼ਬਦ ਮਿਲੈ, ਜਿਹੜੇ ਸ਼ਬਦ ਵਿੱਚ ਆ ਕੇ ਲੀਨ ਹੁੰਦੇ ਨੇ, ਜਿਹੜੇ ਗੁਰੂ ਚਰਨਾਂ ਵਿੱਚ ਆ ਕੇ ਜੁੜਦੇ ਨੇ, ਜਿਹੜੇ ਗੁਰੂ ਚਰਨਾਂ ਵਿੱਚ ਜੁੜ ਕੇ ਸ਼ਬਦ ਦਾ ਆਸਰਾ ਲੈਂਦੇ ਨੇ, ਉਹਨਾਂ ਨੂੰ ਫਿਰ ਉਸ ਮਾਲਕ ਦੀ ਕਿਰਪਾ ਮਿਲਦੀ ਹੈ। ਉਹਦੀ ਕਿਰਪਾ ਦੇ ਨਾਲ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਹੁੰਦਾ ਹੈ। ਤੇ ਨਾਲ ਹੀ ਦੂਜੀ ਗੱਲ ਵੀ ਕਹਿ ਦਿੱਤੀ, ਕਿਤੇ ਭੁਲੇਖਾ ਨਾ ਪੈ ਜਾਏ, ਕਹਿੰਦੇ ਦੂਜੇ ਭਾਏ ਕੋ ਨਾ ਮਿਲੈ। ਜਿਹੜੇ ਸ਼ਬਦ ਨਾਲ ਨਹੀਂ ਨਾ ਜੁੜੇ, ਜਿਹੜਾ ਸ਼ਬਦ ਨਾਲ ਜੁੜੇਗਾ ਉਹਦੀ ਪ੍ਰੀਤ ਸੰਸਾਰ ਨਾਲ ਨਹੀਂ ਨਿਰੰਕਾਰ ਨਾਲ ਪਏਗੀ। ਜਿਹੜਾ ਸ਼ਬਦ ਨਾਲ ਜੁੜੇਗਾ ਉਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਆਏਗਾ। ਜਿਹਦੇ ਅੰਦਰ ਸ਼ਬਦ ਅੰਦਰ ਹੋਏਗਾ ਨਾ ਸ਼ਬਦ, ਉਹਦੇ ਅੰਦਰ ਸਤ ਸੰਤੋਖ ਦਇਆ ਧਰਮ ਖਿਮਾ ਵਾਲਾ ਗੁਣ ਆਏਗਾ। ਅਸੀਂ ਅਵਗਣ ਛੱਡ ਕੇ ਤੇ ਗੁਣ ਲੈਣਾ ਚਾਹੁੰਦੇ ਹਾਂ, ਤੇ ਮਹਾਰਾਜ ਕਹਿੰਦੇ ਉਹ ਮਿਲੇਗਾ ਸ਼ਬਦ ਦੇ ਰਾਹੀਂ। ਜਿਵੇਂ ਜਿਵੇਂ ਸ਼ਬਦ ਦਾ ਅਭਿਆਸ ਕਰੋਗੇ ਅਵਗਣ ਨਿਕਲਣਗੇ ਤੇ ਸ਼ੁਭ ਗੁਣ
ਗ੍ਰਹਿਣ ਹੋਣਗੇ ਫਿਰ ਜਾ ਕੇ ਕਿਰਪਾ ਹੋਣੀ ਹੈ। ਤੇ ਜੇ ਤੁਸੀਂ ਕਹੋ ਦੂਜੇ ਭਾਏ ਸੰਸਾਰ ਨਾਲ ਪਿਆਰ ਪਾ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰ ਬਣਾ ਕੇ ਪਰਮੇਸ਼ਵਰ ਦਾ ਮਿਲਾਪ ਕਰ ਲਈ, ਜੇ ਕਾਮੀਆਂ ਨੂੰ ਰੱਬ ਮਿਲਣ ਲੱਗ ਗਿਆ ਤੇ ਫਿਰ ਭਗਤਾਂ ਦਾ ਕੀ ਹੋਏਗਾ? ਜੇ ਲੋਭੀ ਤੇ ਹੰਕਾਰੀਆਂ ਤੇ ਭੈੜੀਆਂ ਵਾਸ਼ਨਾਵਾਂ, ਗੰਦੀਆਂ ਵਾਸ਼ਨਾਵਾਂ ਨੂੰ ਰੱਬ ਮਿਲਣ ਲੱਗ ਗਿਆ ਤੇ ਫਿਰ ਜਿਹੜੇ ਰੱਬ ਜੀ ਦੇ ਭਗਤ ਨੇ ਉਹਨਾਂ ਦਾ ਕੀ ਹੋਏਗਾ? ਉਹਨਾਂ ਦਾ ਕੀ ਬਣੇਗਾ? ਫਿਰ ਅਕਸਰ ਆਪਾਂ ਜਿਹੜੇ ਇਮਾਨਦਾਰ ਲੋਕ, ਮਿਹਨਤੀ ਲੋਕ, ਜਾਂ ਸਾਡੇ ਪੜ੍ਹੇ ਲਿਖੇ ਜਿਹੜੇ ਡਿਗਰੀ ਲੈ ਕੇ ਵਿਦਿਆਰਥੀ, ਤੇ ਜੇ ਉਹਨਾਂ ਨੂੰ ਸਹੀ ਢੰਗ ਨਾਲ ਨੌਕਰੀ ਨਾ ਮਿਲੇ ਤੇ ਫਿਰ ਕੀ ਹੋਏਗਾ? ਫਿਰ ਲੋਕ ਕਹਿੰਦੇ ਆ ਕੀ ਫਾਇਦਾ ਇਹੋ ਜਿਹੀ ਡਿਗਰੀ ਦਾ, ਪੜ੍ਹਾਈ ਦਾ, ਮਿਹਨਤ ਦਾ, ਕਿਉਂਕਿ ਅਗਾਂਹ ਜਿਹੜੀ ਥਾਂ ਤਾਂ ਉਹਨੂੰ ਮਿਲਦੀ ਹੈ ਜਿਹੜਾ ਰਿਸ਼ਵਤ ਦੇ ਦਿੰਦਾ ਹੈ, ਜਿਹੜਾ ਵੱਡੀ ਸਿਫਾਰਿਸ਼ ਲੈ ਕੇ ਆ ਜਾਂਦਾ ਹੈ। ਪਰ ਇੱਥੇ ਉਹ ਗੱਲ ਨਹੀਂ ਹੋਣੀ। ਜਿਹੜਾ ਪਰਮੇਸ਼ਵਰ ਦਾ ਮਿਲਾਪ ਹੈ ਨਾ, ਉੱਥੇ ਇਹ ਗੱਲ ਨਹੀਂ ਹੋਣੀ। ਤੇ ਸਾਹਿਬ ਕਹਿੰਦੇ ਇਹ ਵੀ ਧਿਆਨ ਰੱਖ ਲਿਓ, ਦੂਜੇ ਭਾਏ ਕੋ ਨਾ ਮਿਲੇ, ਫਿਰ ਆਵੇ ਜਾਏ। ਇਹ ਫਿਰ ਮੁੜ ਕੇ ਆਉਣਾ ਜਾਣਾ ਲੱਗਾ ਰਹਿਣਾ ਜਿੰਨਾ ਚਿਰ ਤੇਰੇ ਅੰਦਰੋਂ ਦੂਜੀ ਭਾਵਨਾ ਨਹੀਂ ਖਤਮ ਹੁੰਦੀ, ਦੁਬਦਾ ਵਿੱਚੋਂ ਨਹੀਂ ਤੂੰ ਨਿਕਲਦਾ, ਜਿੰਨਾ ਚਿਰ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ, ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ। ਉਹ ਕਾਰਜ ਨਹੀਂ ਉਹਨਾਂ ਚਿਰ ਪੂਰਾ ਹੋਣਾ ਜਿੰਨਾ ਚਿਰ ਦੁਬਦਾ ਨਹੀਂ ਨਿਕਲਦੀ, ਦੂਜਾ ਭਾਏ ਸੰਸਾਰ ਦੀ ਪ੍ਰੀਤ ਨਹੀਂ ਮੁੱਕਦੀ ਅੰਦਰੋਂ। ਤੇ ਇਹ ਕਦੋਂ ਹੋਏਗਾ? ਜਦੋਂ ਸ਼ਬਦ ਨਾਲ ਅਸੀਂ ਜੁੜਾਂਗੇ। ਸ਼ਬਦ ਨਾਲ ਜੁੜਨ ਦਾ ਮਤਲਬ ਹੈ ਕਿ ਇੱਕ ਦਿਨ ਅੰਦਰ ਅਵਸਥਾ ਬਣ ਜਾਏ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਸ਼ਬਦ ਨਾਲ ਜੁੜਨ ਦਾ ਮਤਲਬ ਹੈ ਜੋ ਰਹਾਉ ਦੀ ਪੰਕਤੀ ਆਪਾਂ ਸਰਵਣ ਕੀਤੀ, ਹਰ ਬਿਨ ਅਵਰ ਨਾ ਕੋਏ। ਜਿਸ ਦਿਨ ਸ਼ਬਦ ਨਾਲ ਜੁੜ ਕੇ ਅਸੀਂ ਤੁਸੀਂ ਸਾਰੇ ਜਾਣੇ ਇਹ ਅਵਸਥਾ ਬਣਾ ਲਾਂਗੇ, ਉਸ ਦਿਨ ਫਿਰ ਕੀ ਹੋਏਗਾ? ਸੱਚ ਮਿਲੇ ਸੇ ਨਾ ਵਿਛੜੈ। ਉਹ ਕਦੇ ਵੀ ਫਿਰ ਵਿਛੜਦੇ ਨਹੀਂ ਸੱਚ ਪਰਮੇਸ਼ਵਰ ਨਾਲ ਮਿਲ ਕੇ। ਪਰ ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਹੀ ਨਹੀਂ ਕੀਤਾ, ਜਿਨ੍ਹਾਂ ਨੇ ਸ਼ਬਦ ਦਾ ਰਸ ਹੀ ਨਹੀਂ ਲਿਆ, ਜਿਨ੍ਹਾਂ ਨੇ ਆਪਣੇ ਅੰਦਰੋਂ ਝੂਠੀ ਪ੍ਰੀਤ ਦਾ ਭਰਮ ਤੋੜ ਕੇ ਸੱਚੀ ਪ੍ਰੀਤ ਨਹੀਂ ਪਾਈ, ਦੂਜੇ ਭਾਏ ਕੋ ਨਾ ਮਿਲੇ, ਉਹਨਾਂ ਨੂੰ ਕਦੇ ਪਰਮੇਸ਼ਵਰ ਦਾ ਮਿਲਾਪ ਨਹੀਂ ਹੁੰਦਾ। ਫਿਰ ਆਵੇਂ ਜਾਏ, ਉਹ ਬਸ ਆਉਣ ਜਾਣ ਵਿੱਚ ਹੀ ਪਏ ਰਹਿੰਦੇ ਹਨ। ਸਭ ਮਹਿ ਇੱਕ ਵਰਤਦਾ, ਇੱਕ ਰਹਿਆ ਸਮਾਏ, ਜਿਸਨੋ ਆਪ ਦਇਆਲ ਹੋਏ, ਸੋ ਗੁਰਮੁਖ ਨਾਮ ਸਮਾਏ। ਸਭ ਮਹਿ ਇੱਕ ਵਰਤਦਾ, ਸਾਰਿਆਂ ਵਿੱਚ ਇੱਕੋ ਹੀ ਰੱਬ ਵਰਤ ਰਿਹਾ ਹੈ। ਕੋਈ ਉਹਨੂੰ ਰਾਮ ਕਹਿ ਲੇ, ਰਹੀਮ ਕਹਿ ਲੇ, ਗੋਡ ਕਹਿ ਲੇ, ਅੱਲਾ ਕਹਿ ਲੇ, ਵਾਹਿਗੁਰੂ ਕਹਿ ਲਵੇ, ਪਰ ਉਹ ਇੱਕ ਹੀ ਹੈ ਪਰਮੇਸ਼ਵਰ ਜਿਹੜਾ ਸਭਨਾਂ ਦੇ ਵਿੱਚ ਵਰਤ ਰਿਹਾ ਹੈ। ਇੱਕੋ ਰਹਿਆ ਸਮਾਏ, ਸਾਰਿਆਂ ਵਿੱਚ ਇੱਕੋ ਜਿਹਾ ਹੀ ਸਮਾਇਆ ਹੋਇਆ ਹੈ। ਇਹ ਨਹੀਂ ਕਿਸੇ ਵਿੱਚ ਥੋੜਾ ਤੇ ਕਿਸੇ ਵਿੱਚ ਬਹੁਤਾ, ਕਿਸੇ ਦੇ ਵਿੱਚ ਨਹੀਂ ਸਮਾਇਆ, ਕਿਸੇ ਵਿੱਚ ਸਮਾਇਆ, ਨਹੀਂ, ਉਹ ਹਰ ਇੱਕ ਦੇ ਅੰਦਰ ਸਮਾਇਆ ਹੋਇਆ ਹੈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਉਹ ਸਭਨਾਂ ਦੇ ਵਿੱਚ ਰਮਿਆ ਹੋਇਆ, ਸਭਨਾਂ ਵਿੱਚ ਵਰਤ ਰਿਹਾ ਹੈ। ਪਰ ਸਭ ਕਹਿੰਦੇ ਕਿਵੇਂ ਸਮਝ ਆਏਗੀ? ਜਿਸ ਨੌ ਆਪ ਦਇਆਲ ਹੋਏ, ਜਿਹਦੇ ਉੱਤੇ ਉਹ ਆਪ ਤੁਰੁੱਠਦਾ ਹੈ। ਕਿਹਦੇ ਉੱਤੇ ਤੁਰੁੱਠਦਾ ਹੈ? ਗੁਰਮੁਖ ਦੇ ਉੱਤੇ, ਜਿਹੜਾ ਗੁਰੂ ਵਾਲਾ ਬਣ ਜਾਏ, ਜਿਹੜਾ ਗੁਰੂ ਦੇ ਚਰਨੀ ਲੱਗ ਜਾਏ। ਜਿਨ੍ਹਾਂ ਨੇ ਗੁਰੂ ਚਰਨੀ ਲੱਗਣਾ ਕੀਤਾ, ਕਾਰਜ ਉਹਨਾਂ ਦਾ ਹੀ ਪੂਰਾ ਹੁੰਦਾ ਨਾ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਪਹਿਲਾਂ ਚਰਨੀ ਲਾਇਆ, ਫਿਰ ਸੰਗ ਸਹਾਈ ਪਾਇਆ ਵਾਲੀ ਖੇਡ ਹੈ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਏ ਤਾਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਤੇ ਗੁਰੂ ਅਮਰਦਾਸ ਜੀ ਦੇ ਕੰਨਾਂ ਵਿੱਚ ਅਬੋਲ ਕਿਹੜੇ ਪਏ ਸਨ? ਨਿਗੁਰੇ ਕਾ ਹੈ ਨਾਉ ਬੁਰਾ। ਤੇ ਜੇ ਰੱਬ ਜੀ ਮਿਲਦੇ ਹੁੰਦੇ ਤੇ ਬਾਹਰ ਜਿਹੜੇ ਗੰਗਾ ਦੇ ਤੀਰਥਾਂ ਤੇ ਜਾਂਦੇ ਸੀ, ਰੱਬ ਮਿਲ ਜਾਂਦਾ। 19-20 ਵਾਰ ਦੀ ਯਾਤਰਾ ਦੇ ਵਿੱਚ ਰੱਬ ਜੀ ਦਾ ਮਿਲਾਪ ਨਹੀਂ ਹੁੰਦਾ। ਫਿਰ ਗੁਰੂ ਚਰਨੀ ਲੱਗਦੇ ਨੇ ਤੇ ਹਰ ਸੰਗ ਸਹਾਈ ਪਾਇਆ ਵਾਲੀ ਖੇਡ ਬਣਦੀ ਹੈ।
ਇਸ ਲਈ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲਣਾ, ਤੇ ਗਿਆਨ ਤੋਂ ਬਿਨਾ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੈ। ਸਤਿਗੁਰੂ ਮਹਾਰਾਜ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਗੱਲ ਸਮਝਾਉਂਦੇ ਨੇ, ਕਹਿੰਦੇ ਸਭ ਕਹਿੰਦੇ ਸੋ ਗੁਰਮੁਖ ਨਾਮ ਸਮਾਏ। ਉਹ ਜਿਹੜਾ ਗੁਰੂ ਦੇ ਸਨਮੁਖ ਹੋਇਆ, ਉਸ ਗੁਰੂ ਦੇ ਸਨਮੁਖ ਤੇ ਜਿਸ ਨੂੰ ਆਪ ਦਿਆਲ ਹੋਏ, ਜਿਹਦੇ ਉੱਤੇ ਉਹ ਆਪ ਦਇਆਵਾਨ ਹੋਇਆ, ਕਹਿੰਦੇ ਨਾਮ ਸਮਾਏ, ਉਹ ਨਾਮ ਵਿੱਚ ਸਮਾ ਗਿਆ। ਉਹ ਨਾਮ ਦੇ ਵਿੱਚ ਗੁਰਮੁਖ, ਗੁਰੂ ਕਾ ਪਿਆਰਾ, ਉਸ ਮਾਲਕ ਦੀ ਦਇਆ ਨਾਲ, ਕਿਰਪਾ ਨਾਲ ਉਹ ਨਾਮ ਵਿੱਚ ਲੀਨ ਹੋ ਜਾਂਦਾ ਹੈ। ਪੜ ਪੜ ਪੰਡਤ ਜੋਤ ਕੀ, ਵਾਦ ਕਰਹਿ ਵਿਚਾਰ, ਮਤ ਬੁੱਧ ਭਵੀ ਨਾ ਬੁੱਝਈ, ਅੰਤਰ ਲੋਭ ਵਿਕਾਰ। ਦੇਖੋ ਕੋਈ ਸ਼ੰਕਾ ਨਹੀਂ ਰਹਿ ਜਾਂਦੀ, ਕੋਈ ਮਨ ਵਿੱਚ ਭਰਮ ਨਹੀਂ ਰਹਿ ਜਾਂਦਾ, ਸਾਰੀ ਗੱਲਾਂ ਕਲੀਅਰ ਹੋ ਜਾਂਦੀਆਂ ਨੇ ਜਦੋਂ ਇੱਕ ਇੱਕ ਪੰਗਤੀ ਆਪਾਂ ਨਾਲ ਨਾਲ ਅੱਗੇ ਜੋੜ ਕੇ ਸਮਝ ਕੇ ਚੱਲਦੇ ਰਵਾਂਗੇ। ਹੁਣ ਗੱਲ ਕੀਤੀ ਸੀ ਕਿ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਉਹ ਗੁਰੂ ਵਾਲਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ, ਉਹ ਨਾਮ ਵਿੱਚ ਸਮਾਉਂਦਾ ਹੈ। ਜਦੋਂ ਗੁਰੂ ਰਾਹੀਂ ਨਾਮ ਜਪਦਾ ਤੇ ਉਸ ਮਾਲਕ ਦੀ ਦਇਆ ਉਹਦੇ ਤੇ ਹੁੰਦੀ ਹੈ। ਨਹੀਂ ਤੇ ਮਹਾਰਾਜ ਜੀ ਕਹਿੰਦੇ ਦੁਨੀਆ 'ਚ ਪੰਡਤ ਤੇ ਜੋਤਸ਼ੀ ਬੜੇ ਬੈਠੇ ਆ। ਜਿਹੜੇ ਪੰਡਤ ਵਿਦਵਾਨ ਨੂੰ ਕਹਿੰਦੇ ਆ, ਉਹ ਸਾਰੇ ਧਰਮਾਂ ਦੇ ਵਿੱਚ ਆ ਜਾਂਦੇ ਨੇ। ਕਹਿੰਦੇ ਪੰਡਤ ਵੀ ਬੜੇ ਨੇ ਤੇ ਜੋਤਿਸ਼ ਵਿਦਿਆ ਰੱਖਣ ਵਾਲੇ ਵੀ ਚੋਟੀ ਤੋਂ ਚੋਟੀ ਦੇ ਬੈਠੇ ਹੋਏ ਆ। ਆ ਸਵੇਰੇ ਹੀ ਜਦੋਂ ਆ ਸੂਰਜ ਨਿਕਲਦਾ ਨਾ, ਤੇ ਉਦੋਂ ਹੀ ਸ਼ੁਰੂ ਹੋ ਜਾਂਦੇ ਆ ਚੈਨਲ, ਅਖਬਾਰਾਂ ਸ਼ੁਰੂ ਹੋ ਜਾਂਦੀਆਂ ਨੇ, ਮੈਸੇਜ ਸ਼ੁਰੂ ਹੋ ਜਾਂਦੇ ਆ। ਅੱਜ ਤੁਹਾਡੀ ਰਾਸ਼ੀ ਆਹ ਕਹਿ ਰਹੀ ਹੈ, ਅੱਜ ਤੁਹਾਡਾ ਦਿਨ ਆਹ ਕਹਿ ਰਿਹਾ ਹੈ, ਅੱਜ ਤੁਸੀਂ ਆਹ ਉਪਾਅ ਕਰ ਲਓਗੇ ਤੇ ਆਹ ਹੱਲ ਨਿਕਲ ਆਏਗਾ। ਤੇ ਜੇ ਇੰਨੇ ਹੀ ਵੱਡੇ ਆਪਾਂ ਜੋਤਸ਼ੀ ਬੈਠੇ ਹੋਏ ਆ, ਤੇ ਫਿਰ ਇਹ ਸਮਾਜ ਵਿੱਚ ਜਿਹੜਾ ਇੰਨਾ ਬੁਰਿਆਈ, ਇੰਨਾ ਪਾਪ ਵਧਿਆ ਹੋਇਆ ਹੈ, ਤੇ ਫਿਰ ਇਹ ਸਾਰਾ ਕੁਝ ਖਤਮ ਕਰਨ ਦਾ ਹੱਲ ਕਿਉਂ ਨਹੀਂ ਨਿਕਲ ਰਿਹਾ? ਅੱਜ ਇੰਨੇ ਜਿਹੜੇ ਨੇ ਲੋਕ ਧਰਨਿਆਂ ਤੇ ਬੈਠੇ ਹੋਏ ਆ, ਆਪਣਾ ਹੱਕ ਮੰਗ ਰਹੇ ਆ। ਉਹਨਾਂ ਨੂੰ ਦੱਸੋ ਵੀ ਤੁਹਾਨੂੰ ਹੱਲ ਦੱਸਦਿਆਂ ਵੀ ਇਦਾਂ ਹੱਕ ਤੁਹਾਨੂੰ ਮਿਲੇਗਾ। ਅੱਜ ਕਈ ਐਸੇ ਲੁਟੇਰੇ ਨੇ ਜਿਹੜੇ ਸਾਨੂੰ ਲੱਭਦੇ ਕੋਈ ਨਹੀਂ ਪਏ, ਚੋਰ ਐਸੇ ਨੇ ਜਿਹੜੇ ਸਾਨੂੰ ਦਿਸਦੇ ਕੋਈ ਨਹੀਂ ਪਏ, ਨਜ਼ਰੀ ਕੋਈ ਨਹੀਂ ਆਉਂਦੇ ਪਏ, ਕਈ ਕਾਤਲ ਐਸੇ ਨੇ ਜਿਹੜੇ ਪਤਾ ਨਹੀਂ ਕਿੱਥੇ ਛੁਪੇ ਬੈਠੇ ਆ। ਫਿਰ ਜੋਤਿਸ਼ ਵਿਦਿਆ ਰਾਹੀਂ ਉਹਨਾਂ ਦਾ ਹੱਲ ਕੱਢੋ। ਕੋਰਟ ਕਚਹਿਰੀਆਂ ਵਿੱਚ ਲੋਕ ਧੱਕੇ ਖਾਂਦਿਆਂ ਉਹਨਾਂ ਨੂੰ ਇਨਸਾਫ ਤਾਂ ਮਿਲਦਾ ਨਹੀਂ, ਜ਼ਿੰਦਗੀ ਮੁੱਕ ਜਾਂਦੀ ਆ ਉਹਨਾਂ ਦੀ। ਬੜੇ ਸਵਾਲ ਨੇ ਉਹਨਾਂ ਵਾਸਤੇ ਜਿਨ੍ਹਾਂ ਦਾ ਜਵਾਬ ਦੇਣਾ ਔਖਾ ਹੋ ਜਾਏਗਾ, ਪਰ ਉਹ ਆਪਣੇ ਆਪਣੇ ਅੰਦਾਜ਼ਿਆਂ ਨਾਲ ਲਾ ਰਹੇ ਨੇ। ਇਹ ਗੁਰੂ ਅਮਰਦਾਸ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਪੜ ਪੜ ਪੰਡਤ ਜੋਤ ਕੀ ਕਹਿੰਦੇ ਜੋਤਸ਼ੀ ਨੂੰ। ਪੜ ਪੜ ਪੰਡਤ ਜੋਤ ਕੀ, ਵਾਦ ਕਰਹਿ ਵਿਚਾਰ। ਪੜ ਕੇ ਪੰਡਤ ਹੋ ਗਏ, ਪੜ ਕੇ ਜੋਤਿਸ਼ ਵਿਦਿਆ ਆ ਗਈ, ਉਹ ਜੋਤਿਸ਼ ਵਿਦਿਆ ਵੀ ਆ ਗਈ ਤੇ ਵਿਦਵਾਨ ਵੀ ਬਣ ਗਏ। ਪਰ ਹੋਇਆ ਕਿ ਵਾਦ ਕਰਹਿ ਵਿਚਾਰ, ਤੇ ਜਦੋਂ ਵਿਚਾਰ ਕਰਦੇ ਆ ਤੇ ਵਾਦ ਵਿਵਾਦ ਵਾਲੀ ਕਰਦੇ ਆ। ਜਦੋਂ ਵਿਚਾਰ ਕਰਦੇ ਆ ਝਗੜੇ ਦੀ ਕਰਦੇ ਆ, ਕਲੇਸ਼ ਖੜਾ ਹੋ ਜਾਂਦਾ ਹੈ। ਉਸ ਵਿਚਾਰ ਦਾ ਕੀ ਫਾਇਦਾ ਜਿੱਥੇ ਵਾਦ ਵਿਵਾਦ ਪੈਦਾ ਹੋ ਜਾਏ? ਸਾਨੂੰ ਗੁਰਬਾਣੀ ਰਾਹੀਂ ਵਿਦਵਾਨ ਬਣਾਇਆ ਸੀ, ਪਰ ਇਸ ਲਈ ਨਹੀਂ ਸੀ ਬਣਾਇਆ ਕਿ ਤੁਸੀਂ ਪੜ ਕੇ ਆਪਸ ਵਿੱਚ ਹੀ ਲੜਨ ਲੱਗ ਜਾਓ, ਆਪਸ ਵਿੱਚ ਹੀ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨ ਲੱਗ ਜਾਓ, ਇੱਕ ਦੂਜੇ ਉੱਤੇ ਚਿੱਕੜ ਉਛਾਲਣ। ਗੁਰਬਾਣੀ ਸਾਨੂੰ ਇਹੋ ਜਿਹੀ ਵਿਚਾਰ ਦਿੰਦੀ ਨਹੀਂ, ਪਰ ਅਸੀਂ ਗੁਰਬਾਣੀ ਵਿੱਚੋਂ ਵੀ ਵਿਦਵਤਾ ਲੈ ਕੇ ਇੱਕ ਦੂਜੇ ਤੇ ਚਿੱਕੜ ਉਛਾਲ ਰਹੇ ਹਾਂ, ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਜਿਹੜੀ ਆ ਉਹ ਕਰਕੇ ਪਤਾ ਨਹੀਂ ਕੀ ਕੁਝ ਅਸੀਂ ਬੋਲ ਰਹੇ ਹਾਂ। ਉਹ ਵਿਦਿਆ ਦਾ ਕੀ ਲਾਭ ਜਿਹੜਾ ਸਾਡੇ ਜੀਵਨ ਵਿੱਚ ਵਾਦ ਵਿਵਾਦ ਪੈਦਾ ਕਰ ਦੇਵੇ? ਗੁਰੂ ਅਮਰਦਾਸ ਜੀ ਕਹਿੰਦੇ ਪੜ ਕੇ ਪੰਡਤ ਜੋਤ ਕੀ ਬਣ ਗਏ, ਪਰ ਵਾਦ ਕਰੇ ਵਿਚਾਰ। ਉਹ ਜਦੋਂ ਵੀ ਵਿਚਾਰ ਕਰਦੇ ਆ ਵਾਦ ਵਿਵਾਦ ਦੀ ਕਰਦੇ ਆ। ਕਿਉਂ? ਮਤ ਬੁੱਧ ਭਵੀ ਨਾ ਬੁੱਝਹੀ, ਕਿਉਂਕਿ ਇਹਨਾਂ ਦੀ ਮਤ, ਇਹਨਾਂ ਦੀ ਬੁੱਧ ਕੁਰਾਹੇ ਪੈ ਗਈ। ਭਵੀ ਦਾ ਅਰਥ ਕੁਰਾਹੇ ਪੈ ਜਾਣਾ। ਜਿਹੜਾ ਰਾਹ ਚੁਣਿਆ ਸੀ ਉਹ ਰਾਹ ਤੇ ਚਲਦੇ ਚਲਦੇ ਕੁਰਾਹੇ ਪੈ ਗਏ। ਇਸ ਕਰਕੇ ਜਿਹੜੇ ਰਾਹ ਤੇ ਤੁਰੇ ਸੀ ਉਹ ਰਾਹ ਤੇ ਤੁਰਦੇ ਤੁਰਦੇ ਦੂਸਰਾ ਰਾਹ ਅੱਗੇ ਜਾ ਕੇ ਪਕੜ ਲਿਆ।
ਉਹ ਵਾਦ ਤੇ ਵਿਵਾਦ ਦਾ ਕਾਰਨ ਬਣ ਗਿਆ। ਇਸ ਲਈ ਕਹਿੰਦੇ ਮਤ ਬੁੱਧ ਭਵੀ ਨਾ ਬੁਝਈ ਅੰਤਰ ਲੋਭ ਵਿਕਾਰ। ਅਸੀਂ ਚੱਲੇ ਤਾਂ ਸੀ ਸ਼ਬਦ ਦਾ ਆਸਰਾ ਲੈ ਕੇ ਸਬਰ ਤੇ ਸੰਤੋਖ ਦੇ ਰਾਹ ਤੇ, ਪਰ ਅੱਗੇ ਜਾ ਕੇ ਲੋਭ ਤੇ ਲਾਲਚ ਵਾਲਾ ਰਾਹ ਪਕੜ ਲਿਆ। ਫਿਰ ਉਸ ਲੋਭ ਤੇ ਲਾਲਚ ਨੇ ਕੀ ਕੀਤਾ? ਮਤ ਤੇ ਬੁੱਧ ਨੂੰ ਭ੍ਰਿਸ਼ਟ ਕਰਕੇ ਰੱਖ ਦਿੱਤਾ। ਮਤ ਤੇ ਬੁੱਧ ਉਤੇ ਜਿਹੜਾ ਸੀ ਮਾਇਆਵੀ ਪਰਦਾ ਪਾ ਦਿੱਤਾ। ਉਸ ਮਾਇਆਵੀ ਪਰਦੇ ਨੇ ਕੀ ਕੀਤਾ? ਕਹਿੰਦੇ ਨੇ ਕੁਰਾਹੇ ਪਾ ਦਿੱਤਾ। ਨਾ ਬੁਝਈ, ਇਹ ਕਦੇ ਵੀ ਤਤ ਨੂੰ ਬੁੱਝ ਨਹੀਂ ਸਕਦਾ। ਕੋਈ ਜਿੰਨਾ ਮਰਜੀ ਚੋਟੀ ਦਾ ਵਿਦਵਾਨ ਹੋਵੇ, ਕੋਈ ਜਿੰਨਾ ਮਰਜੀ ਚੋਟੀ ਜਾਂ ਜੋਤਸ਼ੀ ਹੋਵੇ, ਜੇ ਅੰਦਰ ਲੋਭ ਵਿਕਾਰ ਆ ਗਿਆ, ਲਾਲਚ ਆ ਗਿਆ, ਤੇ ਕਦੇ ਉਹ ਰਾਹ ਤੇ ਮੰਜ਼ਲ ਤੇ ਨਹੀਂ ਪਹੁੰਚ ਸਕਦਾ। ਕਿਉਂਕਿ ਜਿਹਦੇ ਅੰਦਰ ਲੋਭ ਲਾਲਚ ਆ ਗਿਆ ਉਹ ਕੁਰਾਹੇ ਪੈ ਗਿਆ, ਉਹਦੀ ਮਤ ਉਹਦੀ ਬੁੱਧ ਭ੍ਰਿਸ਼ਟ ਹੋ ਗਈ। ਲਾਲਚ ਬੜਾ ਕੁਛ ਕਰਾਉਂਦਾ ਹੈ, ਲੋਭ ਬੜਾ ਕੁਛ ਕਰਾਉਂਦਾ ਹੈ, ਤੇ ਅਸੀਂ ਇਤਿਹਾਸ ਗਵਾਹ ਹੈ ਕਿ ਲਾਲਚ ਨੇ ਕੀ ਕੁਝ ਨਹੀਂ ਕਰਵਾਇਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਅੰਦਰ ਲੋਭ ਸੀ ਉਹ ਪੜ੍ਹ ਕੇ ਪੰਡਿਤ ਜੋਤਸ਼ੀ ਤਾਂ ਬਣ ਗਏ, ਪਰ ਉਹਨਾਂ ਦੀ ਮਤ ਬੁੱਧ ਕੁਰਾਹੇ ਪੈਣ ਕਰਕੇ ਨਾ ਬੁਝਈ, ਉਹ ਅਕਾਲ ਪੁਰਖ ਪਰਮੇਸ਼ਵਰ ਨੂੰ ਨਹੀਂ ਸਮਝ ਪਾਉਂਦੇ ਹਨ। 184 ਭਰਮ ਦੇ ਭਰਮ ਭਰਮ ਹੋਏ ਖੁਆਰ। ਪੂਰਬ ਲਿਖਿਆ ਕਮਾਵੜਾ ਕੋਏ ਨਾ ਮੇਟਣ ਹਾਰ। ਫਿਰ ਕੀ ਹੋਇਆ? ਉਸ ਲੋਭ ਨੇ ਕੀ ਕੀਤਾ? ਲਾਲਚ ਨੇ ਕੀ ਕੀਤਾ? ਉਸ ਲੋਭ ਲਾਲਚ ਦੇ ਵਸ ਹੋ ਕੇ 184 ਭਰਮ ਦੇ, ਫਿਰ 84 ਲੱਖ ਦਾ ਜਿਹੜਾ ਗੇੜ ਸੀ ਉਹ ਪੈ ਗਿਆ। ਵੱਖ-ਵੱਖ ਜੂਨਾਂ ਵਿੱਚ ਭਟਕਣਾ ਜਿਹੜਾ ਸੀ, ਭਰਮ ਹੋਏ ਖੁਆਰ। ਉਹਨੇ ਫਿਰ ਕਈ ਜੂਨਾਂ ਵਿੱਚ ਜਿਹੜਾ ਸੀ ਉਹ ਪਾ ਦਿੱਤਾ। ਇੱਕ ਲੋਭ ਇੱਕ ਲਾਲਚ ਨੇ ਕਈ ਜੂਨਾਂ ਦੇ ਵਿੱਚ ਜਿਹੜਾ ਸੀ ਸਫ਼ਰ ਕਰਨ ਲਈ ਮਜਬੂਰ ਕਰ ਦਿੱਤਾ। ਹੁਣ ਭਟਕਦੇ ਨੇ, ਭਟਕ ਕੇ ਖੁਆਰ ਹੁੰਦੇ ਨੇ। ਤੇ ਖੁਆਰੀ ਕਿਉਂ ਹੋਈ ਸੀ? ਹਰ ਬਿਸਰਤ ਸਦਾ ਖੁਆਰੀ। ਪਰਮੇਸ਼ਵਰ ਨੂੰ ਭੁਲਾ ਕੇ ਅੰਦਰ ਲੋਭ ਤੇ ਲਾਲਚ ਆ ਗਿਆ। ਕਿਉਂਕਿ ਜਿਹਨੂੰ ਪਰਮੇਸ਼ਵਰ ਯਾਦ ਹੈ ਨਾ, ਉਹ ਸਬਰ ਤੇ ਸੰਤੋਖ ਵਿੱਚ ਰਹਿੰਦਾ ਹੈ, ਉਹਦੇ ਹੁਕਮ ਦੇ ਵਿੱਚ ਰਹਿੰਦਾ ਹੈ। ਜਿਹੜਾ ਉਹ ਭੁੱਲ ਗਿਆ ਪਰਮੇਸ਼ਵਰ ਜਿਹਨੂੰ, ਉਹ ਲੋਭ ਤੇ ਲਾਲਚ ਵਸ ਹੋ ਕੇ ਫਿਰ ਹਰ ਪ੍ਰਕਾਰ ਦੇ ਮਾੜੇ ਬੁਰੇ ਕਰਮ ਕਰਨ ਲਈ ਤਿਆਰ। ਫਿਰ ਉਹਦੇ ਕੀਤੇ ਹੋਏ ਕਰਮ ਨੇ ਕੀ ਕੀਤਾ? 184 ਭਰਮ ਦੇ ਭਰਮ ਹੋਏ ਖੁਆਰ। ਭਟਕ ਕੇ ਫਿਰ ਖੁਆਰ ਹੁੰਦਾ ਹੈ। ਤੇ ਜਦੋਂ ਖੁਆਰ ਹੁੰਦਾ ਹੈ ਤੇ ਦੋਸ਼ ਕਿਸੇ ਨੂੰ ਨਹੀਂ ਦੇਣਾ। ਜੇ ਖੁਆਰ ਹੋ ਰਿਹਾ ਤੇ ਦੋਸ਼ ਨਹੀਂ ਦੇਣਾ, ਕਿਉਂਕਿ ਪੂਰਬ ਲਿਖਿਆ ਕਮਾਵਣਾ। ਜੋ ਅਸੀਂ ਪਿਛਲੇ ਸਮੇਂ ਵਿੱਚ ਕਮਾਇਆ ਹੈ, ਜੋ ਸਾਡਾ ਪੂਰਬਲਾ ਹੀ ਹੈ ਨਾ, ਪਿਛਲਾ ਸਮਾਂ ਜਿੰਨਾ ਵੀ ਹੁਣ ਤੱਕ ਦਾ, ਉਹ ਸਾਰੇ ਦਾ ਸਾਰਾ ਸਾਡਾ ਪੂਰਬਲਾ ਕਰਮ ਹੈ। ਉਹ ਜੋ ਕਮਾਇਆ ਹੈ, ਉਹ ਕਮਾਈ ਜਿਹੜੀ ਕੀਤੀ ਸੀ, ਉਹ ਅਸੀਂ ਲੇਖ ਆਪਣਾ ਬਣਾ ਲਿਆ। ਤੇ ਜੋ ਲੇਖ ਬਣਾ ਲਿਆ ਫਿਰ ਉਹਨੂੰ ਕੌਣ ਮਿਟਾਏਗਾ? ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਕਈ ਵਾਰ ਜ਼ਿਕਰ ਕੀਤਾ ਕਿ ਲਿਖਣ ਵਾਲਾ ਕਰਤਾਰ ਹੈ, ਮਿਟਾਉਣ ਲਈ ਅਸੀਂ ਜਾ ਰਹੇ ਹਾਂ ਦੇਹਧਾਰੀਆਂ ਦੇ ਕੋਲ। ਲਿਖਣ ਵਾਲਾ ਪਰਮੇਸ਼ਵਰ ਹੈ, ਮਿਟਾਉਣ ਲਈ ਅਸੀਂ ਬਦਲਣ ਲਈ ਜਾ ਰਹੇ ਹਾਂ ਮੜੀਆਂ ਤੇ ਮਸਾਣਾਂ ਦੇ ਕੋਲ, ਜਦ ਕਿ ਕਲਮ ਤੇ ਰੱਬ ਦੇ ਹੱਥ ਵਿੱਚ ਹੈ। ਲਿਖਣ ਵਾਲਾ ਤੇ ਪਰਮੇਸ਼ਵਰ ਹੈ। ਅਸੀਂ ਤੁਰੇ ਕਿਤੇ ਹੋਰ ਪਏ ਹਾਂ। ਇਸ ਲਈ ਕਹਿ ਰਿਹਾ ਕੋਏ ਨਾ ਮੇਟਣ ਹਾਰ। ਜਿਹੜਾ ਤੁਹਾਡੇ ਕੀਤੇ ਹੋਏ ਕਰਮ ਅਨੁਸਾਰ ਲੇਖ ਲਿਖਿਆ ਨਾ ਪਰਮੇਸ਼ਵਰ ਨੇ, ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਜੇ ਮਿਟਾ ਸਕਦੀ। ਹਾਂ, ਉਹ ਕਿਵੇਂ ਉਸ ਕਰਮ ਤੋਂ ਛੁਟਕਾਰਾ ਪਾਉਣਾ, ਉਹ ਤੁਹਾਨੂੰ ਗੁਰੂ ਸਾਹਿਬ ਨੇ ਮੱਤ ਦੇਣੀ ਹੈ। ਗੁਰੂ ਸਾਹਿਬ ਨੇ ਕੁਰਾਹੇ ਪਏ ਹੋਏ ਨੂੰ ਰਾਹ ਪਾਉਣਾ ਵੀ ਤੂੰ ਆਹ ਰਾਹ, ਇਹ ਹੱਲ ਹੈ। ਜੇ ਤੂੰ ਇਸ ਰਾਹ ਤੁਰ ਪਏਗਾ ਤੇ ਤੇਰੇ ਸਾਰੇ ਕਰਮ ਦੋਸ਼ ਮਿਟ ਜਾਣਗੇ, ਤੇਰੇ ਅਵਗਣ ਮਿਟ ਜਾਣਗੇ। ਕਿਉਂਕਿ ਜਦੋਂ ਉਹ ਕਿਰਪਾ ਕਰਦਾ ਉਹ ਗੁਣ ਅਵਗਣ ਨਹੀਂ ਵੇਖਦਾ, ਫਿਰ ਉਹ ਤੁਰੁੱਠ ਕੇ ਕਿਰਪਾ ਕਰਕੇ ਆਪਣੀ ਨਾਲ ਮਿਲਾ। ਗੁਰੂ ਸਾਹਿਬ ਨੇ ਸਾਨੂੰ ਰਾਹ ਦੱਸਿਆ, ਗੁਰਬਾਣੀ ਰਾਹ ਦੱਸਦੀ ਹੈ ਵੀ ਤੂੰ ਆਹ ਰਸਤੇ ਉੱਤੇ ਤੁਰ ਇਸ ਤਰੀਕੇ ਨਾਲ, ਫਿਰ ਉਹ ਤੇਰੇ ਉੱਤੇ ਦਇਆਵਾਨ ਹੋ ਜਾਏਗਾ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਪੂਰਬ ਲਿਖਿਆ ਕਮਾਵਣਾ। ਜੋ ਅਸੀਂ ਪਿਛਲੇ ਸਮੇਂ ਦੇ ਵਿੱਚ
जैसी भावना रखी वैसा साडा कर्म बन गया। और जिहड़ा कर्म असी कमाया, जो लिखिया सी, कोई ना मेटण हार, उन्हों कोई नहीं मिटा सकता, क्योंकि लिखाउण वाले असी आप हाँ ते लिखण वाला करतार है। इहदे विच कोई तीसरे दा रोल नहीं है जिन्हों असी दोष दे सकीए। दोष कर्म अपनिया, साडे अपने कर्म दा दोष है। जो कीता सी ਉਹੀ ਸਾਨੂੰ ਅਗਲੇਰੇ ਸਮੇਂ ਦੇ ਵਿੱਚ ਮਿਲਣਾ। ਜੋ ਅੱਜ ਬੀਜ ਬੀਜਾਂਗੇ ਉਹੀ ਅੱਗੇ ਫਲ ਮਿਲਣਾ। ਜੈਸਾ ਬੀਜ ਅੱਜ ਬੀਜਾਂਗੇ ਕੱਲ ਨੂੰ ਫਲ ਉਸੇ ਤਰ੍ਹਾਂ ਦਾ ਹੀ ਮਿਲਣਾ। ਇਸ ਲਈ ਕਹਿ ਰਹੇ ਨੇ ਕਿ ਗੁਰੂ ਚਰਨਾਂ ਦੇ ਵਿੱਚ ਆ ਕੇ ਜੁੜ, ਤਾਂ ਕਿ ਤੇਰੇ ਅੰਦਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਹੋਵੇ ਤੇ ਤੂੰ ਚੰਗਾ ਕਰਮ ਕਰਕੇ ਚੰਗਾ जीवन बना सके। सतगुर की सेवा गाखड़ी, सिर दीजै आप गवाए। शब्द मिल है ता हर मिलै, सेवा पवै सब थाए। पर सतगुरु महाराज जी जिस पासे सानू तोरना चाहुंदे आ वो औखा बड़ा है। गुरबाणी सानू जिस पासे तोर रही है औखा है ना। गुरबाणी दे अनुसार जीवन जिउना औखा है। जिहड़े दुनियावी तल ते सानू कोई भी कर्म कांड जिन्हों कहंदे आ वो करने बड़े सौखे लगदे आ। कर्म कांड साडे तो जिन्ने मर्जी दिहाड़ी विच करवा लो, करने सौखे आ, पर जिहड़ी गुरु साहब मत दिंदे आ उस मत अनुसार चलना बड़ा औखा है। दुनिया दे तल उत्ते असी सेवावां बड़ियां कर सकते हैं जिहदे विच अंदर मान हंकार भरिया जा सकता है, पर जिहड़ी सेवा गुरु साहब कहंदे आ वो मान हंकार तो रहत है ते वो गाखड़ी है। क्योंकि इत्थे अपना आपा गवा के गुरु साहब की गल मन के सेवा विच जुड़ना पैना है, जिहड़ा सानू औखा लगदा है। साहब जी कहंदे ने जे तू चंगा जीवन बना के अपना चंगा फल प्राप्त करना चाहुंदा है तो सतगुरु जी जिहड़ी सेवा विच तैनूं लाउंदे ने तू उस पासे तुर। ते गुरु साहब दे चरनां विच जुड़न लई की करना है? पहला मरण कबूल, जीवन की छड़ आस, हो सबना की रेणका, तो आओ हमारे पास। ते ये तीन गल्लां ही ते गाखड़ियां ने, ये तिन्ने ही ते औखियां ने। किहड़ियां? पहला मरण कबूल, दूजा जीवन की छड़ आस, तीजा हो सबना की रेणका। ते यही ते गाखड़ी है, यही ते औखी है। जिस दिन ये तीन गल्लां मन के सौखा कर लांगे उस दिन साडे लई राह भी सुखाला हो जाएगा। इसलिए साहब जी कहंदे सतगुर की सेवा गाखड़ी ये औखी है। किवें होएगी? सिर दीजै आप गवाए। सिर दा मतलब है भी असी इत्थे आके सिर अपना मत्था नहीं भन्नना जोर नाल। सिर दा अर्थ है भी जो दिमाग विच तेरे भरिया पिया वो लिया के गुरु अगे समर्पण कर दे कि गुरु साहब मैं जो दिमाग विच मेरे मन च भरिया वो मैं तुहाडे अगे समर्पण कर दिता। हुण तुसीं अपनी मत मेरे दिमाग विच भर दिओ ताकि मैं तुहाडी मत अनुसार चल सकां। कहंदे सिर दीजै आप गवाए, शब्द मिलै तां हर मिलै, सेवा पवै सब थाएं। गुरु साहब कहंदे ये जिहड़े तू बारों कर्म कांड करदा इवें नहीं मिलना हरि ने। शब्द राही परमेश्वर दा मिलाप होना है ते जिहड़ी तू सेवा भावना नाल करेगा वो सेवा ही तेरी थाएं पैनी है। पारस परसै पारस होए, ज्योति ज्योत समाए। जिनको पूरब लिखिया, तिन सतगुर मिलिया आए। हुण गुरु की है? पारस है। असीं की हाँ? वो एक मनूर लोहे की तरह हाँ, गले हुए, जंगाल लग्या पिया। मन लोहा है, मन नूं जंगाल लग्या पिया काम क्रोध लोभ मोह हंकार दा, बुराइयां दा, ते मन गलिया भी पिया अंदरों। हुण गुरु वो पारस है जिहदे नाल मन नूं छुवावांगे तां साडा मन जिहड़ा, क्योंकि पारस हुंदा है जिहड़ा 8 धातां नूं सोना बना देवे। ते पारस जिहड़ा वो वेखिया नहीं किसी ने, आपां गल्लां ही कर रहे हैं हजे तक पारस दियां, पर आ पारस ते दिसदा है। और इत्थे जिहड़े आ पारस बनदे होए भी सानूं नज़र आउंदे ने। इतिहास गवाह
ਕਿ ਕਿੰਨੇ ਗੁਰੂ ਨੇ ਆਪਣੇ ਨਾਲ ਜੋੜ ਕੇ ਪਾਰਸ ਦਾ ਰੂਪ ਹੀ ਬਣਾ ਦਿੱਤਾ। ਪਾਰਸ ਵਰਗੇ ਹੀ ਉਹਨਾਂ ਨੇ ਸੋਨਾ ਨਹੀਂ ਬਣਾਇਆ, ਸਗੋਂ ਪਾਰਸ ਵਰਗਾ ਆਪਣਾ ਵਰਗਾ ਹੀ ਬਣਾ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਾਨੂੰ ਆ ਬਾਣਾ ਦਿੱਤਾ ਸੀ 5 ਕਕਾਰਾਂ ਦਾ, ਤੇ ਕੀ ਕਿਹਾ ਸੀ ਕਿ ਗੁਰੂ ਕੇ ਸਿੱਖਾ, ਜਦੋਂ ਤੂੰ ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗ ਕੇ ਸ਼ੀਸ਼ੇ ਅੱਗੇ ਖਲੋਵੇਂਗਾ ਨਾ, ਤੈਨੂੰ ਤੇਰਾ ਚਿਹਰਾ ਨਹੀਂ ਮੇਰਾ ਚਿਹਰਾ ਤੈਨੂੰ ਦਿਸੇਗਾ। ਆਪਣਾ ਰੂਪ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ, ਪਰ ਅਸੀਂ ਉਹ ਗੁਰੂ ਨਾਲ ਆਪਣਾ ਮਨ ਛੁਹਾਉਣਾ ਹੀ ਨਹੀਂ ਚਾਹੁੰਦੇ, ਫਿਰ ਪਾਰਸ ਕਿਵੇਂ ਬਣਾਂਗੇ? ਦੂਜੀ ਗੱਲ, ਬਾਹਰ ਦਾ ਪਾਰਸ ਜਿਹੜਾ ਹੈ ਨਾ, ਉਹ 8 ਧਾਤਾਂ ਨੂੰ ਸੋਨਾ ਤੇ ਬਣਾਉਂਦਾ ਹੈ, ਪਰ ਗਲੇ ਹੋਏ ਲੋਹੇ ਨੂੰ ਕਦੇ ਸੋਨਾ ਨਹੀਂ ਬਣਾਉਂਦਾ। ਉਹਦੇ ਵਿੱਚ ਇੱਕ ਕਮੀ ਹੈ, ਪਰ ਇਹ ਪੂਰਾ ਪਾਰਸ ਹੈ। ਜਿੰਨੇ ਮਰਜੀ ਜੰਗਾਲੇ ਹੋਏ ਗਲੇ ਹੋਏ ਅੰਦਰੋਂ ਵਿਕਾਰਾਂ ਵਿੱਚ ਆਓ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਅਸੀਂ ਜਦੋਂ ਮਨ ਨੂੰ ਜੋੜਾਂਗੇ ਤੇ ਪਾਰਸ ਹੋ ਜਾਾਂਗੇ। ਪਾਰਸ ਪਰਸਿਐ ਪਾਰਸ ਹੋਏ, ਜੋਤੀ ਜੋਤ ਸਮਾਏ। ਪਾਰਸ ਹੋ ਕੇ ਸ਼ੁਭ ਗੁਣ ਗੁਰੂ ਵਾਲੇ ਲੈ ਕੇ ਫਿਰ ਰੱਬੀ ਜੋਤ ਵਿੱਚ ਸਮਾ ਜਾਂਦੀ ਹੈ। ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਜਿਨ੍ਹਾਂ ਦੇ ਪਹਿਲੇ ਕਰਮ ਕੀਤੇ ਹੋਏ ਅਨੁਸਾਰ ਲਿਖਿਆ ਗਿਆ, ਸਤਿਗੁਰੂ ਵੀ ਉਹਨਾਂ ਨੂੰ ਮਿਲਦਾ ਹੈ। ਹੁਣ ਪੂਰਬਲੇ ਦਾ ਮਤਲਬ ਜਿਨ੍ਹਾਂ ਨੇ ਕੱਲ ਪਰਸੋਂ ਸਾਲ ਪਹਿਲਾਂ ਪਿਛਲੇ ਸਮੇਂ 'ਚ ਅਰਦਾਸਾਂ ਕੀਤੀਆਂ ਸੀ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖਾ, ਤੂੰ ਗੁਰਦੁਆਰਿਓਂ ਹੋ ਕੇ ਆਇਆ, ਆ ਮਿਲ ਮੈਨੂੰ, ਤਾਂ ਕਿ ਤੇਰੇ ਸਦਕੇ ਕਿਤੇ ਮੈਂ ਵੀ ਸਤਿਗੁਰੂ ਨੂੰ ਮਿਲ ਲਵਾਂ। ਤੂੰ ਗੁਰਦੁਆਰਿਓਂ ਆਇਆ, ਆ ਦੱਸ ਅੱਜ ਕਿਹੜਾ ਹੁਕਮ ਸੁਣ ਕੇ ਆਇਆ, ਅੱਜ ਕਿਹੜਾ ਸ਼ਬਦ ਕਿਹੜੀ ਵਿਚਾਰ ਸੁਣ ਕੇ ਆਇਆ। ਮੇਰੇ ਕੋਲ ਬੈਠ, ਕਿਤੇ ਤੇਰੇ ਕਦਮਾਂ ਦੇ ਸਦਕੇ ਮੇਰੇ ਕਦਮ ਵੀ ਸਤਿਗੁਰੂ ਦੇ ਦਰ ਵੱਲ ਨੂੰ ਤੁਰ ਪੈਣ। ਉਹ ਸੀ ਸਾਡਾ ਪੂਰਬਲਾ ਸਮਾਂ, ਜਿਨ੍ਹਾਂ ਨੇ ਬੇਨਤੀ ਕੀਤੀ, ਅਰਦਾਸ ਕੀਤੀ, ਫਿਰ ਉਹਨਾਂ ਨੂੰ ਸਤਿਗੁਰੂ ਦਾ ਮਿਲਾਪ ਹਾਸਲ ਹੁੰਦਾ ਹੈ। ਉਹ ਫਿਰ ਪਾਰਸ ਨਾਲ ਜੁੜ ਕੇ ਪਾਰਸ ਦਾ ਰੂਪ ਹੋ ਕੇ ਜੋਤੀ ਜੋਤ ਸਮਾਏ ਦੀ ਅਵਸਥਾ ਦੇ ਮਾਲਕ ਬਣਦੇ ਹਨ। ਮਨ ਭੁੱਖਾ ਭੁੱਖਾ ਮਤ ਕਰਹਿ, ਮਤ ਤੂੰ ਕਰਹਿ ਪੁਕਾਰ। 184 ਜਿਨ ਸ੍ਰੀ ਸਬਸੈ ਦੇ ਆਧਾਰ। ਹੁਣ ਕੀ ਕਰੀਏ ਫਿਰ? ਮਨ ਨੂੰ ਆਵਾਜ਼ ਦਿਓ। ਮਨ, ਐਵੇਂ ਤੂੰ ਮਾਇਆਵੀ ਪਦਾਰਥਾਂ ਪਿੱਛੇ ਭੱਜ ਭੱਜ ਕੇ ਸਭ ਕੁਝ ਹੈ ਤੇਰੇ ਕੋਲ, ਫਿਰ ਵੀ ਤੂੰ ਕਹਿੰਦਾ ਮੈਂ ਭੁੱਖਾ ਮਰ ਗਿਆ, ਮੇਰੇ ਕੋਲ ਹੈ ਹੀ ਕੱਖ ਨਹੀਂ ਹੈ, ਮੇਰੇ ਕੋਲ ਤਾਂ ਹੈ ਹੀ ਕੁਛ ਨਹੀਂ ਹੈ। ਜਾਂ ਭੁੱਖ ਦਾ ਅਰਥ ਹੈ ਤ੍ਰਿਸ਼ਨਾ। ਤੇਰੀ ਤ੍ਰਿਸ਼ਨਾ ਵਧੀ ਜਾ ਰਹੀ ਹੈ, ਵਧੀ ਜਾ ਰਹੀ ਹੈ, ਘਟ ਕੋਈ ਨਹੀਂ ਰਹੀ। ਮਨ ਭੁੱਖਾ ਭੁੱਖਾ ਮਤ ਕਰੈ, ਐਵੇਂ ਤ੍ਰਿਸ਼ਨਾ ਨੂੰ ਵਧਾ ਕੇ ਭੁੱਖ 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 ਨਾ ਕਰੀ ਜਾ। ਤੂੰ ਕਰਹਿ ਪੁਕਾਰ, ਤੇ ਪੁਕਾਰ ਦਾ ਅਰਥ ਹੈ ਕਿ ਰੱਬ ਜੀ ਨੂੰ ਉਲਾਂਭਾ ਨਾ ਦੇ ਕਿ ਰੱਬ ਜੀ ਤੂੰ ਮੈਨੂੰ ਕੀ ਦਿੱਤਾ, ਮੈਨੂੰ ਕੁਛ ਨਹੀਂ ਦਿੱਤਾ। ਤੇ ਜੇ ਕਿਤੇ ਬੈਠ ਕੇ ਸੋਚ ਲਵੇਂ ਨਾ, ਤੇ ਤੈਨੂੰ ਰੱਬ ਨੇ ਕਿੰਨਾ ਕੁਝ ਦਿੱਤਾ ਹੈ, ਪਰ ਤੇਰੀ ਤ੍ਰਿਸ਼ਨਾ ਨੇ ਕਦੇ ਤੈਨੂੰ ਇਹ ਅਹਿਸਾਸ ਕਦੇ ਹੋਣ ਹੀ ਨਹੀਂ ਦਿੱਤਾ। ਪਰ ਇਸ ਲਈ ਕਹਿ ਰਹੇ ਆ, ਮਨ ਤੂੰ ਐਵੇਂ ਭੁੱਖਾ ਭੁੱਖਾ ਨਾ ਕਰ। ਤੂੰ ਇਹ ਪੁਕਾਰ ਜਿਹੜੀ ਹੈ ਉਲਾਂਭੇ ਦੇ ਵਿੱਚ ਨਾ, ਸਬਰ ਵਿੱਚ, ਸੰਤੋਖ ਵਿੱਚ ਉਹਦਾ ਸ਼ੁਕਰਾਨਾ ਕਰ। ਜੇ ਤੂੰ ਭੁੱਖਾ ਕਰਦਾ ਰਹੇਗਾ ਤਾਂ 84 ਲੱਖ ਵਿੱਚ ਭਰਮਦਾ ਰਹੇਗਾ, ਤੇ ਜੇ ਉਹਦੇ ਤੇ ਭਰੋਸਾ ਰੱਖੇਗਾ ਤੇ ਸਮਝ ਆਏਗੀ 184 ਜਿਨ ਸ੍ਰੀ ਸਬਸੈ ਦੇ ਆਧਾਰ। ਜਿਹਨੇ 84 ਲੱਖ ਜੋਨ ਪਾਈ ਹੈ ਨਾ, ਉਹ ਸਭਨਾਂ ਦਾ ਆਸਰਾ ਆਪ ਪਰਮੇਸ਼ਵਰ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਤੂੰ ਕਿਉਂ ਐਵੇਂ ਡੋਲਦਾ, ਘਬਰਾਉਣਾ ਹੈ? ਉਸ ਦੇ ਭਰੋਸਾ ਰੱਖ ਜਿਹਨੇ 84 ਲੱਖ ਜੂਨ ਬਣਾਈ ਹੈ, ਸਭਨਾਂ ਦਾ ਆਸਰਾ ਵੀ ਉਹ ਆਪ ਹੈ। ਨਿਰਭਉ ਸਦਾ ਦਇਆਲ ਹੈ, ਸਭਨਾ ਕਰਦਾ ਸਾਰ। ਨਾਨਕ ਗੁਰਮੁਖ ਬੁੱਝੀਐ, ਪਾਈਐ ਮੋਖ ਦੁਆਰ। ਅਖੀਰ ਤੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ, ਕਹਿੰਦੇ ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ। ਜੇ ਉਹਨੇ 84 ਲੱਖ ਜੂਨ ਬਣਾਈ ਹੈ ਨਾ,
ਤੇ ਬਣਾ ਕੇ ਛੱਡਿਆ ਨਹੀਂ, ਸਾਰਿਆਂ ਦੀ ਸਾਰ ਵੀ ਲੈ ਰਿਹਾ ਹੈ, ਸਾਰਿਆਂ ਦੀ ਪਾਲਣਾ ਵੀ ਕਰ ਰਿਹਾ ਹੈ, ਸਾਰਿਆਂ ਦੀ ਸੰਭਾਲ ਵੀ ਕਰ ਰਿਹਾ ਹੈ। ਅਸੀਂ ਮਾਇਆਵੀ ਜੰਜਾਲ ਵਿੱਚ ਫਸ ਕੇ ਭੁੱਲ ਗਏ ਤੇ ਉਲਾਂਭੇ ਦੇਣ ਲੱਗ ਜੰਨੇ ਆ। ਪਰ 184 ਜਿਨ ਸਿਰੀ ਸਭ ਸੈ ਦੇ ਆਧਾਰ, ਸਭਨਾਂ ਨੂੰ ਆਸਰਾ ਵੀ ਦਿੰਦਾ ਹੈ। ਉਹ ਨਿਰਭਉ ਭੈ ਤੋਂ ਰਹਿਤ ਹੈ, ਦਇਆ ਦੇ ਘਰ ਵਿੱਚ ਰਹਿਣ ਵਾਲਾ, ਸਭਨਾ ਕਰਦਾ ਸਾਰ, ਉਹ ਸਾਰਿਆਂ ਦੀ ਸਾਰ ਲੈਣ ਵਾਲਾ ਹੈ। ਇਸ ਲਈ ਨਾਨਕ ਗੁਰੂ ਅਮਰਦਾਸ ਜੀ ਕਹਿੰਦੇ ਗੁਰਮੁਖ ਗੁਰੂ ਦੇ ਦੁਆਰਾ ਬੁੱਝੀਏ, ਇਸ ਗੱਲ ਨੂੰ ਸਮਝ ਲਓ, ਪਾਈਏ ਮੋਖ ਦੁਆਰ, ਤਾਂ ਤੁਸੀਂ ਮੋਕਸ਼ ਦਾ ਦੁਆਰ ਪਾ ਸਕਦੇ ਹੋ। ਤੁਸੀਂ ਇਹ ਆਵਾ ਗਵਨ ਜੰਮਣ ਮਰਨ ਇਹਦੇ ਤੋਂ ਤੁਸੀਂ ਸਦਾ ਲਈ ਮੁਕਤ ਹੋ ਸਕਦੇ ਹੋ। ਗੁਰੂ ਵਾਲੇ ਬਣੋ, ਗੁਰੂ ਦੀ ਮੱਤ ਲਓ, ਗੁਰੂ ਦੀ ਦਿੱਤੀ ਹੋਈ ਸਿੱਖਿਆ ਉੱਤੇ ਆਪਾਂ ਤੁਰ ਕੇ ਫਿਰ ਆਪਣਾ ਜੀਵਨ ਬਣਾ ਸਕਦੇ ਹਾਂ, ਜਿੱਥੇ ਕਹਿ ਸਕਦੇ ਹਾਂ ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਮੇਰੀ ਜ਼ਿੰਦਗੀ ਦਾ ਆਸਰਾ ਹੋਰ ਕੋਈ ਵੀ ਨਹੀਂ ਹੈ। ਉਹ ਕਦੇ ਨਹੀਂ ਡੋਲਦਾ, ਕਦੇ ਨਹੀਂ ਘਬਰਾਉਂਦਾ, ਕਦੇ ਨਹੀਂ ਲੜ ਖੜਾਉਂਦਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਵੀ ਗੁਰੂ ਸਾਹਿਬ ਦੀ ਮੱਤ ਮਿਲੇ ਤੇ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਉੱਤੇ ਆਪਾਂ ਤੁਰ ਕੇ ਇਹ ਅਵਸਥਾ ਅਡੋਲ ਅਵਸਥਾ ਬਣਾ ਕੇ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣਾ ਸਕੀਏ। ਅਰਦਾਸ ਕਰੋ ਸਤਿਗੁਰੂ ਜੀ, ਤੁਹਾਡੀ ਦਿੱਤੀ ਹੋਈ ਮੱਤ ਅਨੁਸਾਰ ਸਾਨੂੰ ਚੱਲਣ ਦੀ ਜਾਚ ਆ ਜਾਏ। ਸਭਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਨਾਮ ਬਾਣੀ ਦੇ ਨਾਲ ਜੋੜੀ ਰੱਖਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਜੀ ਅੱਗੇ ਤੋਂ ਮਿਹਰ ਦਾ ਹੱਥ ਰੱਖ ਕੇ ਆਪ ਹੀ ਵਿਚਾਰ ਕਰਵਾ ਲੈਣ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ, ਨਾਨਕ ਗੁਰਮੁਖ ਬੁੱਝੀਐ, ਪਾਈਐ ਮੋਖ ਦੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।